हाँ जी, गुड इवनिंग स्टूडेंट्स। अनीता गोयल वाली आईडी आयशा ਤੁਹਾਡੀ है? हाँ सर, मैं चेंज कर रही हूँ, बस एक मिनट। ओके 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 चेंज ओके, कर ठीक है ठीक है। हाँ जी सुमन जी, ठीक ठाक हो? हाँ जी सर। गुड। और भी सुरेंद्र, तू ठीक ठाक है? सुरेंद्र मैसेज कर दा। ओके चलो, चंगी गल है जी। बाकी दे स्टूडेंट्स भी आ जाते जी, फिर करते हैं क्लास स्टार्ट। मैं सोच रहा सीगा भी किसी तरीके नाल नोट्स बाकी सारे स्टूडेंट ले गए। अनमोल रह गई, प्रियंका रह गई ते सुमन रह गई। ਤੁਸੀਂ ਵੀ ਬੱਚੇ ਆਪਣੇ ਨੋਟਸ ਲੈ ਦਿਓ ਜੀ, ਕਿਸੇ ਨੂੰ ਜੇ ਕੋਈ ਆਉਂਦਾ ਕੋਈ ਭੇਜ ਦਿਓ ਕਿਸੇ ਨੂੰ। ਵੈਸੇ ਮੈਂ ਨਾ ਹੁਣ ਇੱਕ ਦੋ ਦਿਨ ਪਹਿਲਾਂ ਉਧਰੋਂ ਸੈਟਰਡੇ ਨੂੰ ਤੁਹਾਡੇ ਪਿੰਡ ਵਿੱਚ ਲੰਘਿਆ ਸੀਗਾ, ਮੈਂ ਭੁੱਲ ਗਿਆ ਤੁਹਾਨੂੰ ਤੁਹਾਡੇ ਨੋਟਸ ਚੱਕਣੇ ਦੀ। ਮੈਂ ਜਾਂਦਾ ਜਾਂਦਾ ਫੜਾ ਦਿੰਦਾ, ਮੇਰੇ ਧਿਆਨ 'ਚ ਨਹੀਂ ਰਿਹਾ ਹੈਗਾ। हाँ जी, 9 कैंडिडेट्स आ गए। रिपन, मांशु आ गया। ओके हाँ जी बच्चे जेडे बाद विच आए ठीक ठाक हो सारे? ध्यान रखो अपनी सेहत का। मैं पहला भी आ स्टूडेंट्स ਨੂੰ ਦੱਸ ਕੇ ਹਟਿਆਗਾ ਕਿ ਸਾਡੀ ਗਲੀ ਦੇ ਵਿੱਚ ਨਾ ਕਾਰਨਰ ਤੇ ਜਦੋਂ ਅਸੀਂ ਬਾਜ਼ਾਰ ਦੇ ਵਿੱਚ ਐਂਟਰ ਕਰਦੇ ਆ ਨਾ, ਉੱਥੇ ਰੀਸੈਂਟਲੀ 2 ਡੈਥ ਹੋ ਗਈਆਂ ਕਰੋਨਾ ਕਰਕੇ। ਠੀਕ ਹੈ, ਤਾਂ ਆਪਣਾ ਧਿਆਨ ਰੱਖੋ ਜੀ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਨਾ ਵਰਤੋ ਤਾਂ ਚੰਗੇ ਰਹੋਗੇ। ਚਲੋ ਜੀ, ਤਾਂ ਲਾਸਟ ਟਾਈਮ ਆਪਾਂ ਨੂਮੈਰੀਕਲ ਕੀਤੇ ਸੀਗੇ ਤੇ ਨੂਮੈਰੀਕਲ ਮੈਨੂੰ ਲੱਗਦਾ ਹੈ, ਮੈਨੂੰ ਉਮੀਦ ਹੈਗੀ ਹੈ ਵੀ ਤੁਸੀਂ ਇੰਨੇ ਕੁ ਤਾਂ ਸਿਆਣੇ ਹੈਗੇ ਹੋ ਵੀ ਕੀਤੇ ਹੋਣੇ ਆ। ਬਾਕੀ ਤੁਸੀਂ ਖੁਦ ਜਾਣਦੇ ਹੋਵੋਗੇ ਵੀ ਤੁਸੀਂ ਕੀਤੇ ਜਾਂ ਨਹੀਂ ਕੀਤੇ। ਬਟ ਇੱਕ ਲੜਕੀ ਹੈ ਕਮਲਦੀਪ, ਜਿਹਦਾ ਮੇਰੇ ਕੋਲ ਇੱਕ ਡਾਊਟ ਵੀ ਆਇਆ। ਠੀਕ ਹੈ, ਮੈਂ ਉਹ ਨੂਮੈਰੀਕਲ ਅਕਾਊਂਟ ਸੋਲਵ ਕਰਕੇ ਦੇਖਿਆ ਸੀਗਾ, ਮੈਨੂੰ ਲੱਗਦਾ ਨਾ ਉਹਦੇ ਵਿੱਚ ਆਨਸਰ ਦੇ ਵਿੱਚ ਪ੍ਰੋਬਲਮ ਹੈ। ਮੈਂ ਤੁਹਾਨੂੰ ਮੈਥਡ ਦੱਸ ਦਿੰਦਾ ਵੀ ਕਿਸ ਤਰੀਕੇ ਨਾਲ ਤੁਸੀਂ ਸੋਲਵ ਕਰਨਾ, ਤੁਸੀਂ ਆਪਣਾ ਮੈਥਡ ਚੈੱਕ ਕਰ ਲਿਓ। ਠੀਕ ਹੈ, ਆਨਸਰ ਦੇ ਵਿੱਚ ਮੈਨੂੰ ਉਹਦੇ ਵਿੱਚ ਗੜਬੜ ਲੱਗ ਰਹੀ ਹੈਗੀ। ਮਾਨਸ਼ੂ ਇੱਕ ਮੈਨੂੰ ਇਹ ਦੱਸੋ ਕਲੀਅਰ, ਜਿਹੜਾ ਤੁਹਾਨੂੰ ਇਕੁਏਟਰ ਵਾਲਾ ਸੀ, ਸੌਰੀ ਇਕੁਏਟਰ ਕਹਿ ਗਿਆ, ਇਕੁਟੋਰੀਅਲ ਲਾਈਨ ਵਾਲਾ ਜਿਹੜਾ ਉਹ ਕਨਸੈਪਟ ਸੀਗਾ, ਉਹ ਕਲੀਅਰ ਹੋ ਗਿਆ ਸੀਗਾ? ਇਕੁਟੋਰੀਅਲ ਵਾਲਾ ਰਹਿੰਦਾ। ਅੱਛਾ ਇਕੁਟੋਰੀਅਲ ਵਾਲਾ ਰਹਿੰਦਾ, ਚਲੋ ਆਪਾਂ ਫਿਰ ਉੱਥੋਂ ਹੀ ਸਟਾਰਟ ਕਰਦੇ ਹਾਂ। ਠੀਕ ਹੈ, ਹਾਂਜੀ ਇਕੁਟੋਰੀਅਲ ਦੇ ਵਿੱਚ ਅਸੀਂ ਕੀ ਪੜ੍ਹਿਆ ਸੀਗਾ ਕਿ ਮੰਨ ਲਓ ਆ ਤੁਹਾਡੇ ਕੋਲੇ ਕੋਈ ਇੱਕ ਡਾਇਪੋਲ ਹੈ। ਠੀਕ ਹੈ ਜੀ, ਜਿਹਦੇ ਵਿੱਚ ਇੱਕ ਤੁਹਾਡੇ ਕੋਲੇ ਪੋਜ਼ਿਟਿਵ ਚਾਰਜ ਹੈ ਤੇ ਇਸ ਸਾਈਡ ਤੁਹਾਡੇ ਕੋਲੇ ਕੀ ਇੱਕ ਨੈਗੇਟਿਵ ਚਾਰਜ ਹੈ। ਆਇਸ਼ਾ ਕਲਾਸ ਆਪ ਜੁਆਇਨ ਕਰਦੀ ਹੈਗੀ। ਆਇਸ਼ਾ ਆਲਰੇਡੀ ਨਾ ਨੂਮੈਰੀਕਲ ਦੀ ਰਿਵੀਜ਼ਨ ਕਰਵਾ ਰਿਹਾ, ਮੈਂ ਨੂਮੈਰੀਕਲਸ ਚੱਲ ਰਹੇ ਨੇ ਤੇ ਫਿਰ ਹੌਲੀ ਹੌਲੀ ਚੈੱਕ ਕਰ ਲਈ ਸੀ ਤੁਹਾਡੇ YouTube ਤੇ ਨਾ, YouTube ਤੇ ਚੈੱਕ ਕਰ ਲਈ ਸੀ ਉਹ ਚੀਜ਼ ਮੈਂ। ਅੱਛਾ ਵੈਰੀ ਗੁੱਡ ਦੈਟਸ ਨਾਈਸ। ਤੇ ਇਹ ਆਪਣੇ ਕੋਲ ਇੱਕ ਡਾਇਪੋਲ ਸੀਗਾ ਤੇ ਡਾਇਪੋਲ ਦੇ ਜਿਹੜੇ ਚਾਰजेस ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ ਉਹ ਆਪਣੇ ਕੋਲ ਹੈਗਾ 2a, ਆਪਾਂ ਇਹ ਕਿਹਾ ਸੀਗਾ। ਤੇ ਇਸ ਡਾਇਪੋਲ ਦਾ ਇੱਥੇ ਕੀ ਹੁੰਦਾ, ਇੱਕ ਸੈਂਟਰ O, ਜਿਹਦੇ ਵਿੱਚ ਸਾਈਡ ਜਿਹੜੀ ਰਹਿ ਜਾਂਦੀ ਹੈ A, ਇਹ ਵੀ ਆਪਣੇ ਕੋਲ ਹੁੰਦੀ ਹੈ A, ਚਾਰਜ ਹੁੰਦਾ Q, ਇਹ ਸਾਈਡ ਵੀ ਕੀ ਹੈ, ਚਾਰਜ Q ਹੈ। ਤੇ ਇਕੁਟੋਰੀਅਲ ਲਾਈਨ ਬੱਚੇ ਮੈਂ ਤੁਹਾਨੂੰ ਦੱਸਿਆ ਸੀਗਾ, ਇੱਕ ਅਜਿਹੀ ਲਾਈਨ ਹੁੰਦੀ ਹੈ ਜਿਹੜੀ ਕੀ ਹੈ ਡਾਇਪੋਲ ਨੂੰ ਦਾ ਪਰਪੈਂਡੀਕੁਲਰਲੀ ਬਾਈਸੈਕਟ ਕਰਦੇ। ਡਾਇਪੋਲ ਦਾ ਕੀ ਹੈ, ਪਰਪੈਂਡੀਕੁਲਰਲੀ ਬਾਈਸੈਕਟ ਕਰਦੇ। ਤਾਂ ਉਸ ਇਕੁਟੋਰੀਅਲ ਲਾਈਨ ਤੇ ਅਸੀਂ ਕੋਈ ਪੁਆਇੰਟ P ਰੱਖਿਆ ਸੀਗਾ, ਕੋਈ ਪੁਆਇੰਟ P ਸੀ
ਜਿੱਥੇ ਅਸੀਂ ਕੀ ਪਲੇਸ ਕੀਤਾ ਸੀਗਾ, ਇੱਕ ਟੈਸਟ ਚਾਰਜ ਕਿਸ ਪਰਪਸ ਦੇ ਲਈ, ਇਲੈਕਟ੍ਰਿਕ ਫੀਲਡ ਫਾਈਂਡ ਕਰਨ ਦੇ ਲਈ। ਤਾਂ ਆਪਾਂ ਨੂੰ ਪਤਾ ਪੋਜ਼ਿਟਿਵ ਚਾਰਜ ਪੋਜ਼ਿਟਿਵ ਨੂੰ ਰਿਪੈਲ ਕਰਦਾ ਹੈ ਤੇ ਉਹਦੀ ਰਿਪਲਸ਼ਨ ਦੀ ਕੁਝ ਡਾਇਰੈਕਸ਼ਨ ਆਪਾਂ ਇਦਾਂ ਦਿਖਾਈ ਸੀ, ਤੇ ਨੈਗੇਟਿਵ ਚਾਰਜ ਹੈ ਜਿਹੜਾ, ਨੈਗੇਟਿਵ ਚਾਰਜ ਆਪਾਂ ਨੂੰ ਪਤਾ ਅਟਰੈਕਟ ਕਰਦਾ ਹੈ, ਜਿਹਦੀ ਡਾਇਰੈਕਸ਼ਨ ਆਪਾਂ ਕੁਝ ਇਸ ਤਰੀਕੇ ਨਾਲ ਦਿਖਾਈ ਸੀ। ਤੇ ਦੋਨਾਂ ਨੂੰ ਮੈਂ ਇਲੈਕਟ੍ਰਿਕ ਫੀਲਡ E ਲਿਖਿਆ ਸੀਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਹੁੰਦਾ ਹੈ ਉਹ ਹੁੰਦਾ K Q/r²। K ਤਾਂ ਦੇਖੋ ਕਾਂਸਟੈਂਟ ਹੈ, Q ਦੋਨਾਂ ਚਾਰजेस ਦਾ ਸੇਮ ਹੈ, R ਵੀ ਦੋਨਾਂ ਦਾ ਸੇਮ ਹੈ। ਇਹਦਾ ਮਤਲਬ ਇਲੈਕਟ੍ਰਿਕ ਫੀਲਡ ਦੀ ਵੀ ਵੈਲਿਊ ਹੈ ਸੇਮ ਹੈ, ਬਟ ਡਾਇਰੈਕਸ਼ਨ ਆਪੋਜ਼ਿਟ ਹੈ। ਮਤਲਬ ਇਹਨਾਂ ਦਾ ਮੈਗਨੀਟਿਊਡ ਹੈ ਜਿਹੜਾ, ਉਹਨੂੰ ਅਸੀਂ E ਲਿਖ ਸਕਦੇ ਹਾਂ, ਕਿਉਂਕਿ ਡਾਇਰੈਕਸ਼ਨ ਤਾਂ ਹੈਗੀ ਅਲੱਗ-ਅਲੱਗ ਬਟ ਵੈਲਿਊ ਹੈਗੀ ਸੇਮ। ਤਾਂ ਜਿਹੜਾ ਆਹ ਵਾਲਾ ਐਂਗਲ ਹੈ, ਇਹ ਐਂਗਲ ਅਸੀਂ ਕਿਹਾ ਸੀ ਥੀਟਾ, ਇਸ ਸਾਈਡ ਵੀ ਐਂਗਲ ਕਿੰਨਾ ਸੀਗਾ, ਥੀਟਾ। ਓਰੀਜਨ ਤੋਂ P ਪੁਆਇੰਟ ਤੱਕ ਦਾ ਜਿਹੜਾ ਡਿਸਟੈਂਸ ਸੀਗਾ ਉਹਨੂੰ ਅਸੀਂ ਲਿਖਦੇ ਸੀਗੇ x। ਹੁਣ ਅਸੀਂ ਥੋੜਾ ਜਿਹਾ ਫਿਰ ਇੱਥੇ ਮੈਥਮੈਟਿਕਸ ਯੂਜ਼ ਕੀਤਾ ਸੀਗਾ ਕਿ ਅਗਰ ਸਾਡੇ ਕੋਲੇ ਐਂਗਲ ਥੀਟਾ ਹੈ ਤਾਂ ਜਿਹੜਾ ਐਂਗਲ P ਤੇ ਬਣੂਗਾ ਉਹ ਵੀ ਕਿੰਨਾ ਬਣੂਗਾ, ਥੀਟਾ, ਕਿਉਂਕਿ ਇਹ ਤੁਹਾਡੇ ਕੋਲੇ ਕੀ ਹੋ ਗਏ, ਅਲਟਰਨੇਟ ਐਂਗਲ ਹੋ ਗਏ। ਤੇ ਇਸ ਸਾਈਡ ਐਂਗਲ ਥੀਟਾ ਤਾਂ ਆ ਵੀ ਤੁਹਾਡੇ ਕੋਲੇ ਅਲਟਰਨੇਟ ਐਂਗਲ ਥੀਟਾ ਹੋ ਗਿਆ। ਇਹਦੇ ਆਪੋਜ਼ਿਟ ਇਹ ਵੀ ਵਰਟੀਕਲੀ ਆਪੋਜ਼ਿਟ ਐਂਗਲ ਕਿੰਨਾ ਹੋ ਗਿਆ, ਥੀਟਾ ਹੋ ਗਿਆ। ਹੁਣ ਅਸੀਂ ਇਲੈਕਟ੍ਰਿਕ ਫੀਲਡ ਦੇ ਕੰਪੋਨੈਂਟ ਡਿਵਾਈਡ ਕੀਤੇ ਸੀ, ਇੱਕ ਤਾਂ ਜਿਹੜਾ ਇਸ ਡਾਇਰੈਕਸ਼ਨ ਦੇ ਵਿੱਚ ਜਿਹੜਾ ਅਲੋਂਗ ਦਾ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ ਵੱਲ ਜਿਹੜਾ ਇਲੈਕਟ੍ਰਿਕ ਫੀਲਡ ਜਾ ਰਿਹਾ ਹੈ ਉਹਦਾ ਕੰਪੋਨੈਂਟ ਆਪਾਂ ਇਸ ਸਾਈਡ ਕੰਸੀਡਰ ਕੀਤਾ ਸੀ E cos ਥੀਟਾ, ਤੇ ਇਸ ਤੋਂ ਵਰਟੀਕਲੀ ਅਪਵਰਡ ਡਾਇਰੈਕਸ਼ਨ ਦੇ ਵਿੱਚ ਕੰਪੋਨੈਂਟ ਕੰਸੀਡਰ ਕੀਤਾ ਸੀਗਾ E sin ਥੀਟਾ। ਇਹਨੂੰ ਤੁਸੀਂ ਨਾ ਇਲੈਕਟ੍ਰਿਕ ਫੀਲਡ ਅਲੋਂਗ y ਐਕਸਿਸ ਵੀ ਲਿਖ ਸਕਦੇ ਹੋ, ਇਹਨੂੰ ਤੁਸੀਂ ਇਲੈਕਟ੍ਰਿਕ ਫੀਲਡ ਅਲੋਂਗ x ਐਕਸਿਸ ਵੀ ਲਿਖ ਸਕਦੇ ਹੋ, ਠੀਕ ਹੈ ਜੀ। ਫਿਰ ਜਿਹੜਾ ਨੈਗੇਟਿਵ ਵਾਲਾ ਇਲੈਕਟ੍ਰਿਕ ਫੀਲਡ ਸੀਗਾ ਉਹਦਾ ਵੀ ਇਸ ਸਾਈਡ ਅਸੀਂ ਕੰਪੋਨੈਂਟ ਕੰਸੀਡਰ ਕੀਤਾ, ਇਹ ਕੀ ਆ ਗਿਆ, E cos ਥੀਟਾ। ਤੇ ਵਰਟੀਕਲੀ ਜਿਹੜਾ ਕੀ ਆਪੋਜ਼ਿਟ ਹੈ ਉਹ ਡਾਊਨਵਰਡ ਡਾਇਰੈਕਸ਼ਨ ਚ ਆ ਗਿਆ, ਦੈਟ ਇਜ਼ E sin ਥੀਟਾ। ਤੇ ਤੁਹਾਨੂੰ ਮੈਂ ਕਿਹਾ ਸੀਗਾ ਵੀ ਜਿਹੜੇ E sin ਥੀਟਾ ਵਾਲੇ ਕੰਪੋਨੈਂਟ ਨੇ ਨਾ, ਇਹ ਦੋਨੇ ਇਕੁਅਲ ਨੇ ਤੇ ਆਪੋਜ਼ਿਟ ਨੇ, ਇਹਦੇ ਕਰਕੇ ਇਹ ਆਪਸ ਚ ਕੀ ਹੋ ਜਾਣਗੇ, ਕੈਂਸਲ ਆਊਟ ਹੋ ਜਾਣਗੇ। ਮਤਲਬ ਇਹ ਵਾਲੇ ਕੰਪੋਨੈਂਟ ਆਪਸ ਚ ਕੀ ਹੋ ਗਏ, ਕੈਂਸਲ ਆਊਟ ਹੋ ਗਏ। ਜੇ ਅਸੀਂ ਦੇਖੀਏ ਆਹ ਦੋ ਕੰਪੋਨੈਂਟਸ ਨੂੰ, ਇਹਨਾਂ ਦੋਨਾਂ ਦੀ ਡਾਇਰੈਕਸ਼ਨ ਹੈਗੀ ਆ ਸੇਮ। ਜਦੋਂ ਸੇਮ ਡਾਇਰੈਕਸ਼ਨ ਹੋਵੇ ਇਹਦਾ ਮਤਲਬ ਨੈਟ ਰਿਜ਼ਲਟੈਂਟ ਵੀ ਉਸੇ ਡਾਇਰੈਕਸ਼ਨ ਵੱਲ ਆਉਂਦਾ ਹੈ, ਤਾਂ ਇਹਨਾਂ ਦੋਨੋਂ ਨੂੰ ਮਿਲਾ ਕੇ ਬੱਚੇ ਇਸ ਡਾਇਰੈਕਸ਼ਨ ਵੱਲ ਹੀ ਨੈਟ ਇਲੈਕਟ੍ਰਿਕ ਫੀਲਡ ਸਾਨੂੰ ਮਿਲਦਾ ਹੈ, ਜਿਹਦੀ ਵੈਲਿਊ ਕਿੰਨੀ ਸੀਗੀ, 2E cos ਥੀਟਾ। ਮਤਲਬ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜਾ ਇਹ 2E cos ਥੀਟਾ ਇਹ ਪੋਜ਼ਿਟਿਵ x ਐਕਸਿਸ ਵੱਲ ਹੈ, ਕਿਉਂਕਿ ਸਾਨੂੰ ਪਤਾ ਹੈ ਵਾਲੀ ਐਕਸਿਸ ਪੋਜ਼ਿਟਿਵ x ਐਕਸਿਸ ਹੁੰਦੀ ਹੈ। ਤੇ ਨਾਲ ਹੀ ਮੈਂ ਤੁਹਾਨੂੰ ਇੱਕ ਕਨਸੈਪਟ ਦੱਸਿਆ ਸੀਗਾ ਕਿ ਜਿਹੜਾ ਡਾਇਪੋਲ ਮੂਵਮੈਂਟ ਹੈ ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਨੈਗੇਟਿਵ ਚਾਰਜ ਤੋਂ ਕਿੱਧਰ ਹੁੰਦੀ ਹੈ, ਪੋਜ਼ਿਟਿਵ ਚਾਰਜ ਵੱਲ ਹੁੰਦੀ ਹੈ। ਇਹ ਹੈ ਡਾਇਰੈਕਸ਼ਨ ਡਾਇਪੋਲ ਮੂਵਮੈਂਟ ਦੀ। ਫਿਰ ਬੱਚੇ ਮੈਂ ਤੁਹਾਨੂੰ ਇੱਥੇ ਇੱਕ ਕਨਸੈਪਟ ਬਣਾ ਕੇ ਦੱਸਿਆ ਸੀਗਾ ਕਿ ਇਕੁਟੋਰੀਅਲ ਵਾਲੇ ਦੀ ਪਹਿਚਾਣ ਕੀ ਹੈ, ਕਿ ਜਿਹੜਾ ਨੈਟ ਇਲੈਕਟ੍ਰਿਕ ਫੀਲਡ ਹੈ ਤੇ ਜਿਹੜਾ ਡਾਇਪੋਲ ਮੂਵਮੈਂਟ P ਹੈ, ਇਹਨਾਂ ਦੋਨਾਂ ਦੇ ਵਿੱਚ ਜਿਹੜਾ ਐਂਗਲ ਆ ਉਹ ਕਿੰਨਾ ਬਣਦਾ ਹੈ, 180 ਡਿਗਰੀ। ਹੈਲੋ ਗੁੱਡ ਇਵਨਿੰਗ ਸਰ, ਜਸਨੂਰ ਹੇਅਰ। ਮੈਂ ਕਲਾਸ ਆਪਣੇ ਸਿਸ ਨਾਲ ਲਗਾ ਰਿਹਾ ਡਿਊ ਟੂ ਨੈਟਵਰਕ ਇਸ਼ੂ। ਕੋਈ ਗੱਲ ਨਹੀਂ ਬੱਚੇ। ਜਸਨੂਰ ਤੂੰ ਪਤਾ ਕੀ ਕਰ, ਥੋੜਾ ਜਿਹਾ ਨਾ ਤੇਰੇ ਮੋਬਾਈਲ ਤੇ ਦਿੱਕਤ ਤਾਂ ਆ ਰਹੀ ਹੈ। ਇੱਕ ਤਾਂ ਤੂੰ ਨਾ ਜਿਹੜੀ ਜ਼ੂਮ ਐਪ ਹੈ ਹਨਾ, ਉਹ ਆਪਣੀ ਜ਼ੂਮ ਐਪ ਨੂੰ ਅਪਡੇਟ ਕਰੋ, ਠੀਕ ਹੈ। ਦੂਸਰਾ ਨਾ ਇੱਕ ਤੁਹਾਨੂੰ ਮੈਂ ਸੈਟਿੰਗ ਹੋਰ ਦੱਸ ਦਾਂਗਾ, ਅੱਜ ਮੈਂ ਇੱਕ ਟੌਪਿਕ ਕੰਪਲੀਟ ਕਰ ਲਾਂ। ਤਾਂ ਮਾਨਸ਼ੂ ਹੁਣ ਤੈਨੂੰ ਗੱਲ ਕਲੀਅਰ ਹੋ ਗਈ ਇਹ ਵੀ ਨੈਟ ਇਲੈਕਟ੍ਰਿਕ ਫੀਲਡ ਹੈਗਾ ਅਲੋਂਗ x ਐਕਸਿਸ, ਜਿਹੜੀ ਡਾਇਪੋਲ ਮੂਵਮੈਂਟ ਦੀ ਡਾਇਰੈਕਸ਼ਨ ਹੈ ਉਹ ਹੈਗੀ ਹੈ ਨੈਗੇਟਿਵ x ਐਕਸਿਸ ਵੱਲ। ਤਾਂ ਇਹਨਾਂ ਦੋਨਾਂ ਦੇ ਵਿੱਚ ਐਂਗਲ ਕਿੰਨਾ ਹੋ ਗਿਆ, 180 ਡਿਗਰੀ। ਦੇਖੋ ਜੀ ਕਲੀਅਰ ਹੈ ਹੁਣ। ਠੀਕ ਹੈ ਜੀ, ਓਕੇ ਵੈਰੀ ਗੁੱਡ। ਚਲੋ ਇੱਕ ਨਾ ਥੋੜੀ ਜਿਹੀ ਮੋਬਾਈਲ ਦੀ ਆਪਣੀ ਸੈਟਿੰਗ ਜ਼ਰੂਰ ਕਰ ਲਓ। ਮੈਂ ਦੱਸ ਦਿੰਦਾ ਜਿਹੜੇ ਜਿਨ੍ਹਾਂ ਦੇ ਫੋਨ 'ਚ ਕੀ ਹੈ ਕੋਈ ਪ੍ਰੋਬਲਮ ਆਉਂਦੀ ਹੈ, ਤੁਹਾਡੇ ਫੋਨ 'ਚ ਨਾ ਸੈਟਿੰਗ ਦੀ ਆਪਸ਼ਨ ਹੁੰਦੀ ਹੈ। ਸੈਟਿੰਗ ਦੇ ਵਿੱਚ ਮੋਬਾਈਲ ਡਾਟਾ ਐਂਡ ਨੈਟਵਰਕ ਦੀ ਆਪਸ਼ਨ ਹੁੰਦੀ ਹੈ ਇੱਕ। ਇਹਨੂੰ ਜਦੋਂ ਓਪਨ ਕਰੋਗੇ ਨਾ ਮੋਬਾਈਲ ਡਾਟਾ ਤੇ ਨੈਟਵਰਕ ਨੂੰ,
ਜਿਹੜੇ ਵੀ ਸਿਮ ਤੋਂ ਤੁਸੀਂ ਨੈਟ ਚਲਾ ਰਹੇ ਹੋ, ਪਹਿਲੀ ਗੱਲ ਤਾਂ ਤੁਸੀਂ ਸਿਮ 1 ਤੋਂ ਨੈਟ ਚਲਾਇਆ ਕਰੋ। ਆਪਣਾ ਸਿਮ 1 ਚ ਪਾ ਲਓ ਜਿਹਨੂੰ ਜਿੱਥੋਂ ਤੁਸੀਂ ਇੰਟਰਨੈਟ ਚਲਾਉਂਦੇ ਹੋ। ਮੰਨ ਲਓ ਸਿਮ 1 ਤੁਹਾਡਾ ਕੀ ਹੈ, ਇੰਟਰਨੈਟ ਤੁਸੀਂ ਯੂਜ਼ ਕਰ ਰਹੇ ਹੋ, ਉਹਦੇ ਵਿੱਚ ਨਾ ਇੱਕ ਆਪਸ਼ਨ ਹੁੰਦੀ ਹੈ ਬੱਚੇ ਡਾਟਾ ਰੋਮਿੰਗ ਦੀ। ਡਾਟਾ ਰੋਮਿੰਗ ਇਹਨੂੰ ਤੁਸੀਂ ਹਮੇਸ਼ਾ ਨਾ ਔਨ ਰੱਖਣਾ ਹੈ। ਕਈ ਮੋਬਾਈਲਸ ਦੇ ਵਿੱਚ ਤੁਹਾਡੇ ਨਾ ਇਹ ਆਫ ਹੋਊਗਾ, ਇਹਨੂੰ ਔਨ ਕਰ ਲਿਓ ਤਾਂ ਤੁਹਾਡੇ ਉਸ ਤੋਂ ਬਾਅਦ ਔਨ ਕਰਨ ਤੋਂ ਬਾਅਦ ਫੋਨ ਨੂੰ ਰੀਸਟਾਰਟ ਕਰ ਲਿਓ ਤਾਂ ਤੁਹਾਡੇ ਜਿਹੜੇ ਕੀ ਹੈ ਮੋਬਾਈਲ ਤੇ 98% ਜਿਹੜਾ ਕੀ ਹੈ ਨੈਟਵਰਕ ਦੀ ਸਪੀਡ ਦਾ ਕੀ ਹੈ ਫਰਕ ਪੈ ਜਾਊਗਾ। ਜਿੰਨਾ ਸਟੂਡੈਂਟਸ ਦਾ ਇਹ ਆਫ ਹੈ ਉਹਨੂੰ ਕੀ ਹੈ ਔਨ ਕਰ ਲਿਓ। ਠੀਕ ਹੈ ਜੀ, ਚਲੋ ਜੀ। ਹੁਣ ਨੈਕਸਟ ਅਸੀਂ ਨਿਊਮੈਰੀਕਲਸ ਡਿਸਕਸ ਕਰਦੇ ਹਾਂ ਵੀ ਸਾਡੇ ਕੋਲ ਨਿਊਮੈਰੀਕਲਸ ਕਿਵੇਂ ਦੇ, ਇਲੈਕਟ੍ਰਿਕ ਫੀਲਡ ਦੇ ਨਿਊਮੈਰੀਕਲ ਕਿੱਦਾਂ ਦੇ ਆਉਂਦੇ। ਤਾਂ ਮੈਂ ਤੁਹਾਨੂੰ ਫਿਰ ਤੋਂ ਯਾਦ ਕਰਾ ਦੇਣਾ ਹੈ। ਇੱਕ ਤਾਂ ਅਸੀਂ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਪੜਿਆ ਸੀਗਾ ਕਿ ਇਲੈਕਟ੍ਰਿਕ ਫੀਲਡ ਹੁੰਦੀ ਕੀ ਹੈ, ਦੈਟ ਇਜ਼ ਫੋਰਸ ਪਰ ਯੂਨਿਟ ਟੈਸਟ ਚਾਰਜ। ਇਹਦਾ ਮਤਲਬ ਜੇ ਅਸੀਂ ਫੋਰਸ ਕੈਲਕੂਲੇਟ ਕਰਨੀ ਹੋਵੇ ਤਾਂ F ਇਜ਼ ਇਕੁਅਲ ਟੂ ਕੀ ਆ ਜਾਊਗਾ Q ਨॉट ਇਨਟੂ E। ਵੈਰੀ ਫੇਮਸ ਫਾਰਮੂਲਾ। ਦੂਸਰਾ ਇਸੇ ਫਾਰਮੂਲੇ ਨੂੰ ਅਸੀਂ ਐਵੇਂ ਵੀ ਤੋੜ ਸਕਦੇ ਹਾਂ, ਫੋਰਸ ਲੱਗ ਰਹੀ ਹੈ ਦੈਟ ਮੀਨਸ ਮਾਸ ਇਨਟੂ ਐਕਸਲੇਸ਼ਨ, ਨਿਊਟਨ ਸੈਕਿੰਡ ਲੋ, Q ਨॉट ਇਨਟੂ E ਤਾਂ ਇਥੋਂ ਐਕਸਲੇਸ਼ਨ ਇਜ਼ ਇਕੁਅਲ ਟੂ ਕੀ ਆ ਜਾਊਗਾ Q ਨॉट E ਬਾਈ M। ਇੱਕ ਫਾਰਮੂਲਾ ਬੱਚੇ ਇਥੋਂ ਇਹ ਬਣਦਾ ਹੈ। ਜੇ ਤੁਹਾਨੂੰ ਕਹਿ ਦੇਣ ਵੀ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਯੂਨੀਫਾਰਮ ਹੈ, ਜੇ ਤੁਹਾਨੂੰ ਇਹ ਗੱਲ ਬੋਲ ਦੇਣ ਵੀ ਇਲੈਕਟ੍ਰਿਕ ਫੀਲਡ ਕੀ ਹੈ ਯੂਨੀਫਾਰਮ ਹੈ, ਦੋ ਤਰੀਕੇ ਦਾ ਹੁੰਦਾ ਹੈ, ਇੱਕ ਤਾਂ ਯੂਨੀਫਾਰਮ ਹੁੰਦਾ, ਇੱਕ ਨਾਨ ਯੂਨੀਫਾਰਮ। ਯੂਨੀਫਾਰਮ ਦਾ ਮਤਲਬ ਹੁੰਦਾ ਕਨਸਟੈਂਟ, ਹੁਣ ਨਾਨ ਯੂਨੀਫਾਰਮ ਦਾ ਮਤਲਬ ਤੁਹਾਨੂੰ ਆਪਣੇ ਪਤਾ ਲੱਗ ਗਿਆ ਹੋਊਗਾ ਵੇਰੀਏਬਲ। ਯੂਨੀਫਾਰਮ ਅਗਰ ਇਲੈਕਟ੍ਰਿਕ ਫੀਲਡ ਹੈ ਮਤਲਬ ਜੇ ਕਾਂਸਟੈਂਟ ਇਲੈਕਟ੍ਰਿਕ ਫੀਲਡ ਹੈ ਤਾਂ ਬੱਚੇ ਜਿਹੜੀ ਫੋਰਸ ਲੱਗੂਗੀ ਉਹ ਵੀ ਕਾਂਸਟੈਂਟ ਲੱਗੂਗੀ ਤੇ ਫੋਰਸ ਦੀ ਵਜ੍ਹਾ ਕਰਕੇ ਜਿਹੜੀ ਐਕਸਲੇਸ਼ਨ ਪੈਦਾ ਹੋਊਗੀ ਉਹ ਵੀ ਕਾਂਸਟੈਂਟ ਹੋਊਗੀ। ਤੇ ਇਹਨੂੰ ਅਸੀਂ +1 ਦੇ ਵਿੱਚ ਬੋਲਦੇ ਹੁੰਦੇ ਸੀਗੇ ਜਦੋਂ ਐਕਸਲੇਸ਼ਨ ਕਾਂਸਟੈਂਟ ਹੁੰਦੀ ਸੀ, that is uniformly accelerated motion। ਤਾਂ ਕਿਹੜਾ ਮੋਸ਼ਨ ਹੁੰਦਾ ਇਹ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਹੁੰਦਾ ਹੈ। ਤੇ ਇਹ ਗੱਲ ਇਸ ਤੋਂ ਬਾਅਦ ਵਾਲੀ ਜਿਹੜੀ ਗੱਲ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਜਦੋਂ ਐਕਸਲਰੇਸ਼ਨ ਯੂਨੀਫਾਰਮ ਹੋਵੇ ਤਾਂ ਸਾਡੇ ਕੋਲੇ ਜਿਹੜੀਆਂ ਇਕੁਏਸ਼ਨਸ ਲੱਗਦੀਆਂ ਨੇ ਉਹ ਕਿਹੜੀਆਂ ਲੱਗਦੀਆਂ ਨੇ, ਉਹ ਲੱਗਦੀਆਂ ਨੇ ਇਕੁਏਸ਼ਨਸ ਆਫ ਮੋਸ਼ਨ। ਤਾਂ ਇੱਥੇ ਦੇਖੋ +1 ਤੁਹਾਡੀ ਯੂਜ਼ ਹੋਏਗੀ ਇਹਨਾਂ ਨਿਊਮੈਰੀਕਲਸ। ਕਿਹੜੀ ਕਿਹੜੀ ਇਕੁਏਸ਼ਨ ਸੀ, ਇੱਕ ਤਾਂ ਸੀ v ਇਜ਼ ਇਕੁਅਲ ਟੂ u ਪਲੱਸ 80। ਸੈਕੰਡ ਇਕੁਏਸ਼ਨ ਸੀ ਸਾਡੇ ਕੋਲੇ s is equal to ut plus half 80 square। ਇੱਕ ਥਰਡ ਇਕੁਏਸ਼ਨ ਸੀ ਸਾਡੇ ਕੋਲੇ v square minus u square is equal to 2as। ਤਾਂ ਇਹ ਵਾਲੀਆਂ ਇਕੁਏਸ਼ਨਸ ਹੁਣ ਅੱਜ ਦੇ ਨਿਊਮੈਰੀਕਲਸ ਦੇ ਕਨਸੈਪਟ ਯੂਜ਼ ਹੋਣਗੀਆਂ। ਤੇ ਇੱਕ ਅਸੀਂ ਫਾਰਮੂਲਾ ਪੜ੍ਹਦੇ ਹੁੰਦੇ ਸੀ weight ਦਾ, weight is equal to ਕੀ ਹੁੰਦਾ ਹੈ mg। g ਦੀ ਵੈਲਿਊ ਸਾਡੇ ਕੋਲੇ ਬੱਚੇ ਹੁੰਦੀ ਹੈ 9.8। ਜੇ ਤਾਂ ਤੁਹਾਨੂੰ ਨਿਊਮੈਰੀਕਲਸ ਗਿਵਨ ਹੋਵੇ ਵੀ g ਦੀ ਵੈਲਿਊ ਤੁਸੀਂ ਲਿਖਣੀ ਹੈ 10 ਫਿਰ ਤਾਂ ਤੁਸੀਂ 10 ਮੀਟਰ ਪਰ ਸੈਕਿੰਡ ਸਕੇਲ ਹੀ ਲੈ ਕੇ ਚੱਲੋ, ਅਦਰਵਾਈਜ਼ ਤੁਸੀਂ 9.8 ਯੂਜ਼ ਕਰਿਆ ਕਰੋ। ਬਟ ਫਿਰ ਵੀ ਮੈਂ ਇੱਕ ਆਪਸ਼ਨ ਦੇ ਰਿਹਾ ਜੇ 10 ਵੀ ਯੂਜ਼ ਕਰ ਲਓਗੇ ਤਾਂ ਵੀ ਕੋਈ ਦਿੱਕਤ ਨਹੀਂ ਆਏਗੀ। ਠੀਕ ਹੈ, ਬਟ ਕਈ ਵਾਰ ਜੇ ਗਿਵਨ ਹੀ ਹੈ ਕਰਤਾ ਵੀ 9.8 ਯੂਜ਼ ਕਰਨੀ ਹੈ, ਇਹਦਾ ਮਤਲਬ ਫਿਰ ਕੁਐਸਚਨ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ 9.8 ਦੇ ਨਾਲ ਹੀ ਤੁਹਾਡੀ ਸੌਖੀ ਨਿਕਲੂਗੀ। ਜੇ ਕੁਝ ਵੀ ਨਹੀਂ ਗਿਵਨ ਫਿਰ ਤੁਸੀਂ ਚਾਹੇ 9.8 ਯੂਜ਼ ਕਰੋ ਚਾਹੇ ਤੁਸੀਂ 10 ਯੂਜ਼ ਕਰੋ, ਉਹ ਤੁਹਾਡੀ ਮਰਜ਼ੀ ਹੈ। ਠੀਕ ਹੈ ਜੀ, ਤਾਂ ਇਹ ਫਾਰਮੂਲੇ ਸੀਗੇ। ਅੱਛਾ, ਇੱਕ ਫਾਰਮੂਲਾ ਪੁਆਇੰਟ ਚਾਰਜ ਵਾਸਤੇ ਹੋਰ ਸੀ ਇਲੈਕਟ੍ਰਿਕ ਫੀਲਡ ਦਾ E which is equal to KQ by R square। ਇਹ Q ਕਿਹੜਾ ਸੀਗਾ, ਇਹ Q ਸੀਗਾ ਆਪਣੇ ਕੋਲੇ ਸੋਰਸ ਚਾਰਜ। ਤਾਂ ਇਹ ਸਾਰੇ ਫਾਰਮੂਲੇ ਨੇ ਬੱਚੇ, ਇਸ ਤੋਂ ਬਾਅਦ ਹੋਰ ਕੋਈ ਵੀ ਫਾਰਮੂਲਾ ਜਿਹੜਾ ਆਪਾਂ ਨਾਮ ਪੜਿਆ ਹੋਵੇ ਉਹ ਯੂਜ਼ ਨਹੀਂ ਹੋਊਗਾ। ਵੱਧ ਤੋਂ ਵੱਧ ਜੇ ਯੂਜ਼ ਹੋ ਗਿਆ ਇੱਕ ਹੋ ਜਾਊਗਾ Q is equal to NE। ਬਸ ਇਹਨਾਂ ਫਾਰਮੂਲਿਆਂ ਨੂੰ ਧਿਆਨ ਨਾਲ ਦੇਖ ਲਓ। ਇਸੇ ਤੇ ਨਿਊਮੈਰੀਕਲ ਇਸੇ ਫਾਰਮੂਲਾ ਬੇਸਡ ਮੈਂ ਤੁਹਾਨੂੰ ਅੱਜ ਨਿਊਮੈਰੀਕਲ ਕਰਵਾਉਂਗਾ ਤੇ ਨਿਊਮੈਰੀਕਲ ਦੇ ਕੁਝ ਕਨਸੈਪਟ ਸਮਝਾਉਂਗਾ। ਠੀਕ ਹੈ ਜੀ, ਮਤਲਬ ਇੱਕ ਫਾਰਮੂਲਾ ਕੀ ਹੋ ਗਿਆ ਇਲੈਕਟ੍ਰਿਕ ਫੀਲਡ ਕੀ ਹੁੰਦਾ ਫੋਰਸ ਪਰ ਯੂਨਿਟ ਟੈਸਟ ਚਾਰਜ। ਤਾਂ F is equal to ਕੀ ਹੋ ਗਿਆ Q ਨੋਟ E। F ਨੂੰ ਲਿਖ ਲਿਆ MA is equal to Q ਨੋਟ E। ਉੱਥੋਂ ਐਕਸਲੇਸ਼ਨ ਕੈਲਕੂਲੇਟ ਕਰ ਲਈ, weight ਦਾ ਫਾਰਮੂਲਾ। ਜੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੈ ਮਤਲਬ ਕਾਂਸਟੈਂਟ ਇਲੈਕਟ੍ਰਿਕ ਫੀਲਡ ਹੈ, ਇਹਦਾ ਮਤਲਬ ਐਕਸਲੇਸ਼ਨ ਕਾਂਸਟੈਂਟ ਹੈ, ਫਿਰ ਇਕੁਏਸ਼ਨਸ ਆਫ ਮੋਸ਼ਨ ਲੱਗਣਗੀਆਂ। ਅੱਛਾ, ਇੱਕ ਚੀਜ਼ ਹੋਰ, ਜੇ ਬਾਈ ਦਾ ਵੇ ਕਿਸੇ ਵਿੱਚ ਕਿਸੇ ਦੀ ਐਕਸਲੇਸ਼ਨ ਨਹੀਂ ਹੋ ਰਹੀ, ਦੈਟ ਮੀਨਸ ਅਗਰ ਉਹ ਕਾਂਸਟੈਂਟ ਵੈਲੋਸਿਟੀ ਨਾਲ ਚੱਲ ਰਿਹਾ
फिर तुहाडा बच्चे फॉर्मूला वही लगूगा कि वेलोसिटी या स्पीड इज इक्वल टू की है डिस्टेंस अपॉन टाइम। +1 सारी असी यही पढ़ी हैगी भी जदों एक्सेलरेशन 0 होंदी है तो फॉर्मूला की यूज होंदा है स्पीड इज इक्वल टू डिस्टेंस अपॉन टाइम। जे एक्सेलरेशन होवे तां लगदियां ने इक्वेशनस ऑफ मोशन। चलो जी ਹੁਣ ਇਹਦਾ ਪਹਿਲਾ ਕਨਸੈਪਟ ਮੈਂ ਤੁਹਾਨੂੰ ਕਰਾਉਣ ਜਾ ਰਿਹਾ। ਤੁਹਾਨੂੰ ਕੀ ਕਹਿਣਗੇ, ਮੈਂ ਪਹਿਲਾਂ ਬੇਸਿਕ ਕਨਸੈਪਟ ਕਰਵਾਉਣ ਜਾ ਰਿਹਾ, ਉਸ ਤੋਂ ਬਾਅਦ ਅਸੀਂ ਕੁਐਸਚਨਸ ਕਰਾਂਗੇ। ਤੁਹਾਨੂੰ ਕਹਿਣਗੇ ਵੀ ਤੁਹਾਡੇ ਕੋਲ ਨਾ ਇੱਕ ਮੰਨ ਲਓ ਕੋਈ ਵਾਟਰ ਦੀ ਡ੍ਰੌਪ ਹੈ, ਕਿ ਇੱਕ ਵਾਟਰ ਡ੍ਰੌਪ ਜਾਂ ਤੁਹਾਨੂੰ ਕਹਿ ਸਕਦੇ ਵੀ ਕੋਈ ਚਾਰਜ ਬੋਡੀ ਹੈ। ਅੱਛਾ ਤੁਹਾਨੂੰ ਕਹਿਣਗੇ ਵਾਟਰ ਡ੍ਰੌਪ ਤੇ ਨਾ ਕੋਈ ਚਾਰਜ ਹੈ, ਇਸ ਵਾਟਰ ਡ੍ਰੌਪ ਤੇ ਕੀ ਹੈ ਚਾਰਜ ਹੈ। ਚਾਰਜ ਬੱਚੇ ਤੁਹਾਡੇ ਕੋਲੇ ਪੋਜ਼ਿਟਿਵ ਵੀ ਹੋ ਗਿਵਨ ਕਰ ਸਕਦੇ ਆ, ਤੁਹਾਡੇ ਕੋਲੇ ਨੈਗੇਟਿਵ ਵੀ ਗਿਵਨ ਕਰ ਸਕਦੇ ਆ, ਉਹ ਉਹਨਾਂ ਦੀ ਮਰਜ਼ੀ ਹੈ। ਬਟ ਜਿਹੜੀ ਮੈਂ ਐਗਜ਼ਾਮਪਲ ਲੈ ਕੇ ਚੱਲ ਰਿਹਾ ਉਹਦੇ ਵਿੱਚ ਅਸੀਂ ਚਾਰਜ ਕੰਸੀਡਰ ਕਰ ਰਹੇ ਹਾਂ ਪੋਜ਼ਿਟਿਵ। ਮੰਨ ਲਓ ਇਸ ਜਿਹੜੀ ਵਾਟਰ ਡ੍ਰੌਪ ਤੇ ਚਾਰਜ ਕਿਹੜਾ ਹੈ ਪੋਜ਼ਿਟਿਵ ਹੈ, ਤੇ ਇਸ ਵਾਟਰ ਡ੍ਰੌਪ ਦਾ ਜਿਹੜਾ ਮਾਸ ਹੈਗਾ m। ਤਾਂ ਡੈਫੀਨਿਟਲੀ ਹੁਣ ਸੋਚ ਕੇ ਦੇਖੋ ਜੇ ਇਸ ਵਾਟਰ ਡ੍ਰੌਪ ਦਾ ਮਾਸ m ਹੈ ਹਨਾ, ਤਾਂ ਇਸ ਵਾਟਰ ਡ੍ਰੌਪ ਨੂੰ ਨੀਚੇ ਵੱਲ ਗ੍ਰੈਵਿਟੀ ਖਿੱਚ ਰਹੀ ਹੋਊਗੀ ਵਿਦ ਦਾ ਫੋਰਸ mg, ਵਿਦ ਦਾ ਫੋਰਸ mg। ਹੁਣ ਤੁਹਾਨੂੰ ਕੀ ਕਹਿਣਗੇ ਕਿ ਇਸ ਦੇ ਅਰਾਊਂਡ ਤੁਸੀਂ ਇੱਕ ਕੀ ਸੈੱਟ ਕਰਨਾ ਹੈ, ਇਲੈਕਟ੍ਰਿਕ ਫੀਲਡ ਸੈੱਟ ਕਰਨਾ ਹੈ, ਠੀਕ ਹੈ E। ਉਹ ਤੁਸੀਂ ਕਿੰਨੀ ਵੈਲਿਊ ਦਾ ਮਤਲਬ ਕਿੰਨੇ ਨਿਊਟਨ ਪਰ ਕੂਲਮ ਦਾ ਇਲੈਕਟ੍ਰਿਕ ਫੀਲਡ ਤੁਸੀਂ ਲਗਾਓ ਸੋ ਦੈਟ ਇਹ ਜਿਹੜਾ ਵਾਟਰ ਡ੍ਰੌਪ ਹੈ ਉਹ ਕੀ ਕਰਨ ਲੱਗ ਜੇ, ਉਹ ਫਲੋਟ ਕਰਨ ਲੱਗ। ਵੈਰੀ ਸਿੰਪਲ ਕਨਸੈਪਟ ਕੀ ਹੈ ਕਿ ਇੱਕ ਵਾਟਰ ਡ੍ਰੌਪ ਹੈ, ਆਪਾਂ ਨੂੰ ਪਤਾ ਵਾਟਰ ਡ੍ਰੌਪ ਦਾ ਮਾਸ m ਹੈ ਤਾਂ ਇਹਦਾ weight ਨੀਚੇ ਲੱਗੇਗਾ, ਮਤਲਬ ਨੀਚੇ ਜਾਣ ਨੂੰ ਕੋਸ਼ਿਸ਼ ਕਰਨਾ, ਬਟ ਆਪਾਂ ਨੀਚੇ ਜਾਣ ਨਹੀਂ ਦੇਣਾ, ਉਹਨੂੰ ਫਲੋਟ ਕਰਾਉਣਾ ਹੈ। ਫਲੋਟ ਕਰਾਉਣ ਦਾ ਤਰੀਕਾ ਯਾਦ ਕਰੋ, ਆਰਕੀਮੀਡੀਜ਼ ਦੇ ਵਿੱਚ ਵੀ ਤੁਸੀਂ ਪੜ੍ਹਦੇ ਸੀ ਕਿ ਜਦੋਂ ਕਿਸੇ ਬੋਡੀ ਨੂੰ ਕਿਸੇ ਵਾਟਰ ਡਿਪ ਕਰਦੇ ਸੀ ਤਾਂ ਉਹਦੇ ਉੱਪਰ ਨੂੰ ਇੱਕ ਫੋਰਸ ਲੱਗਦੀ ਸੀ, ਦੈਟ ਫੋਰਸ ਇਜ਼ ਨੋਨ ਐਜ਼ ਬਾਇੰਡ ਫੋਰਸ। ਇਹਦਾ ਮਤਲਬ ਜੇ ਅਸੀਂ ਇਸ ਵਾਟਰ ਡ੍ਰੌਪ ਨੂੰ ਫਲੋਟ ਕਰਾਉਣਾ ਚਾਹੁੰਦੇ ਆ, ਇਸ ਜਗ੍ਹਾ ਤੇ ਸਟੇਸ਼ਨਰੀ ਰੱਖਣਾ ਚਾਹੁੰਦੇ ਹੋ, ਤਾਂ ਇਹਦਾ ਮਤਲਬ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਇਸ ਬੋਡੀ ਤੇ ਉੱਪਰ ਨੂੰ ਫੋਰਸ ਲਗਾਉਣੀ ਪਊਗੀ F, ਤੇ ਇਹ ਫੋਰਸ ਤੁਹਾਨੂੰ ਕਿਹਦੇ ਬਰਾਬਰ ਲਾਉਣੀ ਪਊਗੀ, ਆਨਸਰ ਹੈ ਤੁਹਾਨੂੰ ਫੋਰਸ ਲਾਉਣੀ ਪਊਗੀ ਇਸ mg ਦੇ ਬਰਾਬਰ। ਹੁਣ ਕੁਐਸਚਨ ਚ ਪੁੱਛਿਆ ਕੀ ਹੈ, ਕੁਐਸਚਨ ਚ ਪੁੱਛਿਆ ਤਾਂ ਇਲੈਕਟ੍ਰਿਕ ਫੀਲਡ ਹੈ, ਤਾਂ ਇਹ ਫੋਰਸ ਲੱਗੂਗੀ ਕਿਵੇਂ, ਇਲੈਕਟ੍ਰਿਕ ਫੀਲਡ ਦੀ ਹੈਲਪ ਨਾਲ ਲੱਗੂਗੀ। ਅਸੀਂ ਕੀ ਕਰਾਂਗੇ ਬੱਚੇ, ਇਹਦੇ ਅਰਾਊਂਡ ਪਲੇਟਸ ਲਗਾ ਦਾਂਗੇ। ਹੁਣ ਦੇਖੋ ਪੋਜ਼ਿਟਿਵ ਚਾਰਜ ਹੈ, ਹੁਣ ਪੋਜ਼ਿਟਿਵ ਚਾਰਜ ਨੂੰ ਅਗਰ ਉੱਪਰ ਨੂੰ ਰਿਪੈਲ ਕਰਨਾ ਹੈ ਤਾਂ ਡੈਫੀਨਿਟਲੀ ਸਾਨੂੰ ਨੀਚੇ ਵਾਲੀ ਪਲੇਟ ਨੂੰ ਕਿਹੜਾ ਚਾਰਜ ਦੇਣਾ ਪਊਗਾ, ਪੋਜ਼ਿਟਿਵ ਚਾਰਜ ਦੇਣਾ ਪਊਗਾ, ਤੇ ਉੱਪਰ ਵਾਲੀ ਪਲੇਟ ਨੂੰ ਸਾਨੂੰ ਕਿਹੜਾ ਚਾਰਜ ਦੇਣਾ ਪਊਗਾ, ਨੈਗੇਟਿਵ ਚਾਰਜ ਦੇਣਾ ਪਊਗਾ। ਇਹਦਾ ਮਤਲਬ ਅਸੀਂ ਇਸ ਡਾਇਰੈਕਸ਼ਨ 'ਚ ਕੀ ਲਗਾਤਾ, ਇਲੈਕਟ੍ਰਿਕ ਫੀਲਡ ਲਗਾਤਾ। ਜਦੋਂ ਤੁਸੀਂ ਇਸ ਡਾਇਰੈਕਸ਼ਨ 'ਚ ਇਲੈਕਟ੍ਰਿਕ ਫੀਲਡ ਲਾਇਆ ਤਾਂ ਉਸੇ ਡਾਇਰੈਕਸ਼ਨ 'ਚ ਦੇਖੋ ਮੈਂ ਕੀ ਦਿਖਾਈ ਹੈ, ਫੋਰਸ। ਕਿਉਂਕਿ ਮੈਂ ਤੁਹਾਨੂੰ ਹਮੇਸ਼ਾ ਇਹ ਗੱਲ ਕਹਿਣਾ ਹੈ ਕਿ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਪੋਜ਼ਿਟਿਵ ਚਾਰਜ ਤੇ ਜਦੋਂ ਪੋਜ਼ਿਟਿਵ ਚਾਰਜ ਹੋਵੇ ਤਾਂ ਫੋਰਸ ਵੀ ਉਸੇ ਡਾਇਰੈਕਸ਼ਨ 'ਚ ਹੀ ਲੱਗਦੀ ਹੈ। ਤਾਂ ਕੁਐਸਚਨ ਬੜਾ ਸਿੰਪਲ ਹੋ ਗਿਆ ਬੱਚੇ, F = mg ਹੋ ਗਿਆ ਆਪਣੇ ਕੋਲੇ। ਅੱਛਾ ਅਸੀਂ ਫਾਈਂਡ ਕਰਨਾ ਹੈ ਇਲੈਕਟ੍ਰਿਕ ਫੀਲਡ। ਹੁਣ ਤੁਹਾਨੂੰ ਪਤਾ ਹੈ F = ਕੀ ਹੁੰਦਾ ਹੈ, Q × E which is equal to mg। ਤਾਂ E = ਕਿੰਨਾ ਆ ਗਿਆ, E = ਆ ਗਿਆ mg/q। ਹੁਣ ਤੁਹਾਨੂੰ m ਹੈ ਜਿਹੜਾ ਉਹ ਗਿਵਨ ਹੋਊਗਾ ਸਟੇਟਮੈਂਟ ਦੇ ਵਿੱਚ, ਤੁਹਾਡੇ ਕੋਲੇ ਜਿਹੜਾ ਚਾਰਜ ਹੈ ਉਹ ਵੀ ਤੁਹਾਡੇ ਕੋਲੇ ਗਿਵਨ ਹੋਊਗਾ, g ਦੀ ਵੈਲਿਊ ਤੁਹਾਨੂੰ ਗਿਵਨ ਹੈਗੀ, ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇਲੈਕਟ੍ਰਿਕ ਫੀਲਡ ਹੁਣ ਨਹੀਂ ਕੱਢ ਸਕਦੇ। ਹੋ ਜਾਊਗਾ ਯੈਸ ਔਰ ਨੋ? ਜਲਦੀ ਰਿਪਲਾਈ ਕਰਿਆ ਕਰੋ, ਮੇਰਾ ਗਲਾ ਦੁਖਣ ਲੱਗ ਜਾਂਦਾ, ਮੈਂ ਇੰਨੀ ਉੱਚੀ ਬੋਲਦਾ। बोलो बच्चे क्लियर है? यस सर। यस। एक ना कई बार ना बुक दे विच एक वर्ड लिखा होता है, दैट वर्ड इज नोन एज मोमेंटरी रेस्ट। मोमेंटरी रेस्ट ਇਹਦਾ मतलब ਹੁੰਦਾ ना, मोमेंटरी ਦਾ मतलब ਕਿਸੇ मूवमेंट ਤੇ ਐਟ ਰੈਸਟ ਹੋਣਾ। मतलब ਜਿਵੇਂ ਤੁਹਾਨੂੰ ਕਹਿੰਦਾ ਵੀ 1 ਵਜੇ ਬੋਡੀ ਕੀ ਹੈ ਰੈਸਟ ਤੇ ਸੀ, ਜਾਂ ਕਿਸੇ 1 ਸੈਕਿੰਡ ਵਾਸਤੇ ਬੋਡੀ ਰੈਸਟ ਤੇ ਸੀ, ਠੀਕ ਹੈ। ਤਾਂ ਇਹ ਵਰਡ ਵੀ ਥੋੜਾ ਧਿਆਨ ਰੱਖਿਓ। ਹੁਣ ਮੈਂ ਇਹਦੇ ਨਾਲ ਦਾ ਤੁਹਾਨੂੰ ਇੱਕ ਕੁਐਸਚਨ ਦਿੰਦਾਗਾ। हाँ बच्चे, और न्यूमेरिकल भी करवाऊंगा, पक्का करवाऊंगा जी, बिल्कुल।
ਇਹਦੇ ਨਾਲ ਦਾ ਮੈਂ ਤੁਹਾਨੂੰ ਇੱਕ ਕੁਐਸਚਨ ਦੇ ਰਿਹਾ, ਉਸ ਤੋਂ ਬਾਅਦ ਫਿਰ ਮੈਂ ਤੁਹਾਡਾ ਜਿਹੜਾ ਕਮਲ ਵਾਲਾ ਕੁਐਸਚਨ ਸੀ ਮੈਂ ਉਹ ਕਰਵਾਉਂਗਾ। ਕੁਐਸਚਨ ਤੁਸੀਂ ਨੋਟ ਕਰੋ ਜੀ। ਕਹਿੰਦਾ how many electrons ਆਪਣਾ ਆਪਣਾ ਕਾਪੀ ਪੈਨ ਚੱਕ ਲਓ। ਇਹ ਨਾ ਸੋਚੋ ਵੀ ਸਰ ਨੂੰ ਕਿਹੜਾ ਪਤਾ ਲੱਗ ਰਿਹਾ ਵੀ ਸਾਡੇ ਕੋਲ ਕਾਪੀ ਪੈਨ ਹੈਗੀ ਜਾਂ ਨਹੀਂ ਹੈਗੀ। ਦੇਖੋ ਤੁਸੀਂ ਆਪਣੇ ਆਪਣਾ ਧੋਖਾ ਨਹੀਂ ਕਰਨਾ, ਨਾ ਤਾਂ ਕਰਨਾ ਚਾਹੀਦਾ, ਠੀਕ ਹੈ, ਤੇ ਨਾ ਹੀ ਮਤਲਬ ਹੁਣ ਇਹ ਧੋਖਾ ਕਰਨ ਵਾਲਾ ਕੋਈ ਮਾਹੌਲ ਹੈ ਹਨਾ। ਤੁਸੀਂ ਆਪਣੇ ਲਈ ਪੜ੍ਹਦੇ ਹੋ, ਠੀਕ ਹੈ ਜੀ, ਤੇ ਤੁਹਾਨੂੰ ਇਹ ਕੰਮ ਕਰਨਾ ਪਊਗਾ। how many electrons should be removed from a coin of mass 1.6 gram so that it may just float, देखो वर्ड आ गया just float in an electric field of intensity कितनी इंटेंसिटी गिवन है, that is 10⁹ न्यूटन पर कूलम, directed upward। लो जी, your time starts now। कहंदे किन्ने नंबर ऑफ इलेक्ट्रॉन्स तुसी रिमूव करो किसी क्वाइन दे विचों, मतलब मैं तुहानू इन्ना हिंट दे देना, फाइंड की करना है, एन फाइंड करना है। मास तुहानू गिवन है किन्ना 1.6 है, इनू कन्वर्ट कर लो किलोग्राम च, so that it may just float in an electric field। दी डायरेक्शन तुहानू गिवन करती कि इलेक्ट्रिक फील्ड किधर लग रहा है, डायरेक्टेड अपवर्ड, कितनी वैल्यू में लग रहा है, दैट इज 10⁹ न्यूटन पर कूलम। लो जी, क्वेश्चन कुछ नहीं, फटाफट की है गा पा दो, क्वेश्चन दा कंप्लीट कर दो। तो मैं दसो तुसी कितने नंबर ऑफ इलेक्ट्रॉन्स ਤੁਹਾਡੇ ਕੋਲ ਆ ਰਹੇ ਨੇ। ਇਹਨੇ ਜਿਹੜਾ ਕਮਲ ਨੇ क्वेश्चन ਲਿਖੀ ਕਿਹਾ ਸੀਗਾ, ਮੈਂ ਉਹਦੀ ਸਟੇਟਮੈਂਟ ਨੋਟ ਕਰ। आयशा समझ लग रहा है? सर ਇਹਦਾ ਆਨਸਰ मतलब 10 ਦੀ ਪਾਵਰ ਸਟਾਰ ਹੈ, मतलब क्यों हाँ जी हाँ जी बिल्कुल बिल्कुल 10 ਦੀ पावर ਚ ਆਊਗਾ। 14 ਤਾਂ ਥੋੜਾ ਜ਼ਿਆਦਾ ਧੱਕਾ ਹੋ ਗਿਆ सर। फिर कैलकुलेशन से कितने गलती हुई होगी? हाँ कैलकुलेशन चेक मैं एक मिनट चेक कर करो करो करो। समझ आ रहा है ਜਿਹੜਾ मैं काम करा रहा है? हाँ जी सर। ठीक है, वेरी गुड। बाकी स्टूडेंट भी एक्टिव हो, वो भी करो सॉल्व। सारी कौमा च भागे, वापस ही नहीं आया कोई। वेरी गुड। मानसू आंसर है। मानसू बोलिया सीगा। हाँ जी सर। वेरी गुड, क्या बात है, बहुत अच्छे। 10⁸ इज आवर राइट आंसर।
ਕਿਸੇ ਹੋਰ ਸਟੂਡੈਂਟ ਦਾ ਆਇਆ ਹੋਵੇ 10 ਦੀ ਪਾਵਰ 8? ਸਰ ਮੇਰਾ ਵੀ ਆ ਗਿਆ, ਮੈਂ ਉਹ ਗ੍ਰਾਮ ਨੂੰ ਕਿਲੋਗ੍ਰਾਮ ਚ ਕਨਵਰਟ ਕਰਨ ਵੇਲੇ ਵੈਰੀ ਗਲਤੀ ਗੁੱਡ ਕਰ ਵੈਰੀ ਗੁੱਡ, ਬਹੁਤ ਅੱਛੇ ਬਹੁਤ ਅੱਛੇ। ਆ ਦੇਖੋ ਬੱਚੇ, ਜਿਨ੍ਹਾਂ ਦਾ ਨਹੀਂ ਆਇਆ ਉਹ ਦੇਖ ਲਓ, ਕੁਝ ਵੀ ਨਹੀਂ ਹੈਗਾ ਸੀਗਾ। ਦੇਖੋ ਆਪਾਂ ਨੇ ਕੀ ਕਰਨਾ ਹੈ, ਮੰਨ ਲਓ ਆਹ ਕੁਆਇਨ ਹੈ, ਠੀਕ ਹੈ ਜੀ, ਇਸ ਕੁਆਇਨ ਤੇ ਕੋਈ ਚਾਰਜ ਹੈ। ਹੁਣ ਆਪਾਂ ਨੂੰ ਪਤਾ ਇਹਦਾ ਮਾਸ ਵੀ ਹੈ, ਇਹ ਵੀ ਨੀਚੇ ਨੂੰ ਹੋਗਾ, ਜਮਾ ਸੇਮ ਐਗਜ਼ਾਮਪਲ ਹੈ। ਇਹਦੇ ਅਪਵਰਡ ਡਾਇਰੈਕਸ਼ਨ ਦੇ ਵਿੱਚ ਕੀ ਲੱਗਿਆ ਹੋਇਆ, ਇਲੈਕਟ੍ਰਿਕ ਫੀਲਡ ਲੱਗਿਆ ਹੋਇਆ, ਮਤਲਬ ਫੋਰਸ ਉੱਪਰ ਲੱਗ ਰਹੀ ਹੈ। ਤਾਂ ਤੁਸੀਂ ਕਰਨਾ ਸੀ ਬਸ F ਨੂੰ ਕਾਹਦੇ ਬਰਾਬਰ ਰੱਖਣਾ ਸੀ, mg ਦੇ ਬਰਾਬਰ। ਅੱਛਾ ਕਮਲਦੀਪ ਦਾ ਵੀ ਆ ਗਿਆ, ਵੈਰੀ ਗੁੱਡ। ਅੱਛਾ F ਨੂੰ ਲਿਖਣਾ ਸੀ QE which is equal to mg। ਦੇਖੋ ਕੁਐਸਚਨ ਦੇ ਵਿੱਚ ਇਹਨਾਂ ਨੇ n ਪੁੱਛਿਆ ਹੈ, n ਨੂੰ ਇੰਟਰੋਡਿਊਸ ਕਰਨ ਦਾ ਤਰੀਕਾ ਹੀ ਹੈ, q ਨੂੰ ਪੁੱਟ ਕਰ ਦਿਓ ne ਇਨਟੂ ਕੀ ਆ ਗਿਆ e is equal to ਕੀ ਆ ਗਿਆ mg। ਤਾਂ n is equal to mg ਬਾਈ ਕੀ ਆ ਗਿਆ e into capital E। ਵੈਲਿਊਜ਼ ਪੁੱਟ ਕਰੋ, ਤੁਹਾਡੇ ਕੋਲ ਆਨਸਰ ਕੁਝ ਵੀ ਨਹੀਂ ਹੈਗਾ, 10 ਦੀ ਪਾਵਰ 8 ਆਨਸਰ ਆ ਜਾਏਗਾ। ਅੱਛਾ ਹੁਣ ਇਹਦੀਆਂ ਯੂਨਿਟ ਨਾ ਪਾ ਦਿਓ, ਕਿਉਂਕਿ ਇਹ ਨੰਬਰ ਹੈ, ਇਹ ਜਸਟ ਕੀ ਹੈ ਨੰਬਰ ਆਫ ਇਲੈਕਟ੍ਰੋਨਸ ਨੇ। ਹੁਣ ਦੇਖੋ ਇੱਕ ਕਮਲ ਨੇ ਕੁਐਸਚਨ ਪੁੱਛਿਆ ਸੀ, ਵੈਸੇ ਮੈਨੂੰ ਇਹਦੇ ਆਨਸਰ 'ਚ ਗੜਬੜ ਲੱਗਦੀ ਹੈ ਜੀ, ਬਟ ਆਪਾਂ ਦੁਬਾਰਾ ਤੋਂ ਸੋਲਵ ਕਰਕੇ ਦੇਖ ਲੈਣੇ ਆ। ਕਹਿੰਦੇ ਕੈਲਕੂਲੇਟ ਦਾ ਮੈਗਨੀਟਿਊਡ ਆਫ ਫੋਰਸ F ਫਾਈਂਡ ਕਰਨਾ ਹੈ ਡਿਊ ਟੂ ਐਨ ਇਲੈਕਟ੍ਰਿਕ ਡਾਇਪੋਲ ਆਫ ਡਾਇਪੋਲ ਮੂਵਮੈਂਟ। ਆਪਾਂ ਨੂੰ ਡਾਇਪੋਲ ਮੂਵਮੈਂਟ ਕੁਐਸਚਨ ਦੇ ਵਿੱਚ ਗਿਵਨ ਹੈਗੀ, ਕਿੰਨੀ ਡਾਇਪੋਲ ਮੂਵਮੈਂਟ ਗਿਵਨ ਹੈ, ਇੱਕ ਸੈਕਿੰਡ ਆਪਾਂ ਇਹਨੂੰ ਮਾੜਾ ਇਰੇਜ਼ ਕਰ ਲਈਏ, ਫਿਰ ਸਪੇਸ ਦੀ ਕਰਾ ਦਵਾਂਗਾ ਮੈਂ। डायपोल मूवमेंट गिवन है जी अपन नूं, डायपोल मूवमेंट जिहड़ी गिवन है ओहदी वैल्यू हैगी अपने कोल 3.6 into 10 ਦੀ ਪਾਵਰ -29 ਕੂਲਮ ਮੀਟਰ, ठीक है जी। ਤੇ ਉਸ ਤੋਂ ਬਾਅਦ ਕੀ ਕਹਿ ਰਹੇ ਆ, ਕਹਿੰਦੇ ਔਨ ਐਨ ਇਲੈਕਟ੍ਰੋਨ। ਅੱਛਾ ਫੋਰਸ ਕਹਿੰਦੇ ਫਾਈਂਡ ਕਿਤੇ ਕਰਨੀ ਹੈ, ਇਲੈਕਟ੍ਰੋਨ ਤੇ। ਦੇਖੋ ਵੈਸੇ ਤਾਂ ਆਪਾਂ ਪੋਜ਼ਿਟਿਵ ਚਾਰਜ ਰੱਖ ਦਿੰਦੇ ਹਾਂ, ਬਟ ਇੱਥੇ ਸਟੇਟਮੈਂਟ ਗਿਵਨ ਕਰਦਾ ਵੀ ਇਲੈਕਟ੍ਰੋਨ ਤੇ ਫਾਈਂਡ ਕਰੋ। 25 ਨੈਨੋਮੀਟਰ ਫਰੋਮ ਦਾ ਸੈਂਟਰ ਆਫ ਦੀ ਡਾਇਪੋਲ। ਕਹਿੰਦੇ ਜਿਹੜੇ ਡਾਇਪੋਲ ਹੈ, ਜਿਹੜੀ ਆ ਸਾਡੇ ਕੋਲ ਡਾਇਪੋਲ ਹੈ, ਮੰਨ ਲਓ ਪੋਜ਼ਿਟਿਵ ਚਾਰਜ ਹੈ, ਆ ਨੈਗੇਟਿਵ ਚਾਰਜ ਹੈ, ਆ ਉਹਦਾ ਸੈਂਟਰ ਹੋ ਗਿਆ। ਇਹਦੇ ਜਿਹੜੇ ਇਸ ਪੁਆਇੰਟ ਤੋਂ, ਜਿਹੜੇ ਸੈਂਟਰ ਵਾਲੇ ਪੁਆਇੰਟ ਤੋਂ ਕਿਤੇ ਇੱਥੇ ਇਲੈਕਟ੍ਰੋਨ ਬੈਠਾ ਹੈ, ਉਹ ਡਿਸਟੈਂਸ ਕਿੰਨਾ ਗਾ, ਉਹ 25 ਨੈਨੋਮੀਟਰ ਹੈ। ਹੁਣ ਆਪਾਂ ਨੂੰ ਪਤਾ ਇਹ x ਹੋ ਗਿਆ ਤੇ ਇਹ ਹੁੰਦਾ a। ਅੱਛਾ ਅੱਗੇ ਦੇਖੋ ਇਹਨਾਂ ਨੇ ਕੀ ਕਿਹਾ ਹੈ, ਕਹਿੰਦੇ assume that the distance is large relative to dipole charge separation। ਕਹਿੰਦੇ ਜਿਹੜੇ ਸੈਪਰੇਸ਼ਨ ਹੈ ਜਿਹੜੀ ਇਹਨਾਂ ਦੇ ਵਿਚਕਾਰ ਦੀ, ਉਹਦੇ ਨਾਲੋਂ ਜਿਹੜਾ ਡਿਸਟੈਂਸ ਹੈ ਨਾ x, ਉਹ ਬਹੁਤ ਜ਼ਿਆਦਾ ਹੈ। ਮਤਲਬ ਤੁਹਾਨੂੰ ਕੰਡੀਸ਼ਨ ਦਿੱਤੀ x is very very greater than a। ਇਹਦਾ ਮਤਲਬ ਕੁਐਸਚਨ ਕਾਹਦਾ ਹੋ ਗਿਆ, ਇਹ ਹੋ ਗਿਆ ਐਕਸੀਅਲ ਦਾ। ਇਹਦਾ ਫਾਰਮੂਲਾ ਕੀ ਪੜਿਆ ਸੀ ਅਸੀਂ, E axial is equal to ਕੀ ਸੀ 2kp by x cube। ਤਾਂ 2k ਦੀ ਵੈਲਿਊ ਆਪਾਂ ਨੂੰ ਪਤਾ ਬੱਚੇ 9 into 10 ਦੀ ਪਾਵਰ 9। अच्छा डायपोल मूवमेंट अपन गिवन करती, दैट इज 3.6 into 10 ਦੀ ਪਾਵਰ -29। अच्छा अपॉन ਕੀ ਹੋ ਗਿਆ x। ਹੁਣ x ਆਪਾਂ ਨੂੰ ਨੈਨੋਮੀਟਰ ਦਿੱਤਾ ਹੋਇਆ, ਇਹਦਾ ਮਤਲਬ ਕਿੰਨਾ ਆ ਗਿਆ 25 ਗੁਣਾ 10 ਦੀ ਪਾਵਰ -9। ਉਹਦਾ ਕੀ ਕਰਨਾ ਆਪਾਂ ਕਿਊਬ, ਤਾਂ 25 ਗੁਣਾ 10 ਦੀ ਪਾਵਰ -9 ਦਾ ਕਰ ਦੋ ਕਿਊਬ, ਤੇ ਬਣ ਗਿਆ ਆਪਣੇ ਕੋਲ 9 दूनी 18 ਗੁਣਾ 3.6 ਗੁਣਾ 10 ਦੀ ਪਾਵਰ ਕਿੰਨੀ ਆ ਗਈ ਆਪਣੇ ਕੋਲੇ -20 ਅਪੋਨ। ਹੁਣ 25 25 625, 625 ਨੂੰ 25 ਨਾਲ ਕਰਾਂਗੇ, ਇਹ ਬਣੂਗਾ 15625 ਗੁਣਾ 10 ਦੀ ਪਾਵਰ 9 ਤੇ ਕਿੰਨਾ ਬਣ ਗਿਆ 27। ਤਾਂ ਬੱਚੇ ਜਦੋਂ ਇਹਨੂੰ ਮੈਂ ਸੋਲਵ ਕੀਤਾ ਸੀ ਨਾ, ਜਦੋਂ ਮੈਂ ਇਹਨੂੰ ਸੋਲਵ ਕੀਤਾ ਸੀਗਾ, ਤਾਂ ਇਹ ਸੋਲਵ ਕਰਕੇ ਮੇਰੇ ਕੋਲ ਜਿਹੜਾ ਆਨਸਰ ਆ ਰਿਹਾ ਸੀਗਾ, ਉਹ ਆ ਰਿਹਾ ਸੀਗਾ 6.6 ਨਿਊਟਨ। ਬਟ ਬੁੱਕ ਦੇ ਵਿੱਚ ਇਹਦਾ ਆਨਸਰ 6.6 into 10 ਦੀ ਪਾਵਰ ਆਈ ਥਿੰਕ 15 ਦਿੱਤਾ ਹੋਇਆ। ਇਹ ਮੈਨੂੰ ਲੱਗਦਾ ਗਲਤ ਹੈ, ਬਾਕੀ ਤੁਸੀਂ ਦੁਬਾਰਾ ਕੈਲਕੂਲੇਸ਼ਨ ਤੁਸੀਂ ਦੁਬਾਰਾ ਕਰਕੇ ਦੇਖ ਲਓ ਜੀ। ਮੇਰੇ ਅਕੋਰਡਿੰਗ ਜਿਹੜੀ ਮੈਂ ਕੈਲਕੂਲੇਸ਼ਨ ਕੀਤੀ ਹੈ, ਉਹਦੇ ਅਕੋਰਡਿੰਗ 6.6 ਨਿਊਟਨ ਆਨਸਰ ਬਣਦਾ ਸੀ। ਕਮਲ ਤੁਸੀਂ ਐਵੇਂ ਕੀਤਾ ਸੀਗਾ ਕੁਐਸਚਨ? ਪ੍ਰਿਯੰਕਾ ਕੋਈ ਗੱਲ ਨਹੀਂ, ਰਿਕਾਰਡਿੰਗ ਵੀ ਸੈਂਡ ਕਰੂੰਗਾ ਬੱਚੇ। ਤੁਸੀਂ ਐਵੇਂ ਸੋਲਵ ਕੀਤਾ ਸੀਗਾ, ਕੋਈ ਹੋਰ ਤਰੀਕਾ ਲਗਾਇਆ ਸੀਗਾ? अच्छा नहीं सॉल्व किया, ओके ओके चलो ठीक है। हाँ जी, इस तो बाद बच्चे जेड़ा ਅਸੀਂ नेक्स्ट क्वेश्चन ਕਰਨ ਜਾ ਰਹੇ ਹਾਂਗੇ, टाइम अपने को 9 मिनट रह गए, ठीक है। एक क्वेश्चन मैं और करा देना है। बाकी बच्चे देखो मैक्सिमम टू मैक्सिमम ਤੁਸੀਂ ਕੀ ਹੈ ਟਰਾਈ ਤੁਸੀਂ ਕਰਨਾ ਹੈ, ਤੁਹਾਡੇ ਕੋਲ ਬਹੁਤ ਖੁੱਲਾ ਟਾਈਮ ਹੈ। देखो सिलेबस की 1% भी टेंशन लेनी,
ਆਲਰੇਡੀ ਤੁਹਾਡੇ ਨਾਲ ਅੱਜ ਇੱਕ ਡੰਮੀ ਵਾਲੀ ਸਟੂਡੈਂਟ ਹੈ ਜਿਹੜੀ ਕੀ ਹੈ ਆਲਰੇਡੀ +2 ਦੇ ਵਿੱਚ ਹੈ ਹਨਾ, ਉਹਨੂੰ ਚਾਹੇ ਤੁਸੀਂ ਪੁੱਛ ਲਿਓ। ਸਿਲੇਬਸ ਤਾਂ ਬਹੁਤ ਥੋੜੇ ਟਾਈਮ ਦੇ ਵਿੱਚ ਮੈਂ ਕਵਰ ਕਰਵਾ ਦੂੰਗਾ। ਸਿਲੇਬਸ ਦੀ ਮਤਲਬ ਮੈਂ ਸਿਲੇਬਸ ਤਾਂ ਪੂਰੀ +2 ਦਾ ਮਹੀਨੇ 'ਚ ਕੰਪਲੀਟ ਕਰਾ ਦੇਣਾ ਹੈ, ਬਟ ਆਪਣੇ ਕੋਲੇ ਬਹੁਤ ਲੰਮਾ ਟਾਈਮ ਆ ਜੇ, ਠੀਕ ਹੈ। ਤਾਂ ਤੁਸੀਂ ਮੈਕਸਿਮਮ ਟੂ ਮੈਕਸਿਮਮ ਨੂਮੈਰੀਕਲ ਸੋਲਵ ਕਰਨੇ ਆ, ਠੀਕ ਹੈ, ਭੱਜਣਾ ਨਹੀਂ ਹੈਗਾ ਨੂਮੈਰੀਕਲਸ ਤੋਂ। ਪਿਛਲੇ ਕੁਐਸਚਨ 'ਚ E ਦੀ ਵੈਲਿਊ ਕਿਵੇਂ ਪਤਾ ਲੱਗੀ? E ਦੀ ਵੈਲਿਊ ਬੱਚੇ, E ਦੀ ਵੈਲਿਊ ਕਿਵੇਂ ਮਤਲਬ ਇਸ ਤੋਂ ਪਿਛਲੇ ਵਾਲੇ ਪ੍ਰਸ਼ਨ ਬੱਚੇ ਇਹ ਵੈਲਿਊ ਆਪਾਂ ਨੂੰ ਸਰ ਪਤਾ ਉਹ ਹੀ E ਉਹਦੀ ਵੈਲਿਊ ਇਲੈਕਟ੍ਰੋਨ ਦੀ ਵੈਲਿਊ ਬੱਚੇ ਪਤਾ ਹੁੰਦਾ ਆਪਾਂ ਨੂੰ 1.6 ਹੁੰਦੀ ਹੈ, 1.6 into 10 ਦੀ ਪਾਵਰ -19। ਠੀਕ ਹੈ ਸਰ। ਹਾਂਜੀ ਹਾਂਜੀ, ਇਹ ਨਾ ਚਾਰਜ ਹੁੰਦਾ ਬੱਚੇ ਇਲੈਕਟ੍ਰੋਨ ਦੇ। ਓਕੇ ਹਾਂਜੀ ਹਾਂਜੀ ਹਾਂਜੀ। ਤਾਂ ਸਿਲੇਬਸ ਦੀ ਤਾਂ 1% ਵੀ ਟੈਨਸ਼ਨ ਨਹੀਂ ਲੈਣੀ ਹੈਗੀ ਜੀ, ਕੋਈ ਦਿੱਕਤ ਨਹੀਂ ਹੈਗੀ ਸਿਲੇਬਸ ਦਾ। ਬਸ ਤੁਸੀਂ ਮੈਕਸਿਮਮ ਟੂ ਮੈਕਸਿਮਮ ਨੂਮੈਰੀਕਲ ਸੋਲਵ ਕਰੋ, ਨੂਮੈਰੀਕਲ 'ਚ ਨੰਬਰ ਨਹੀਂ ਘਟਾਉਣੇ। ਦੇਖੋ ਤੁਹਾਨੂੰ ਮੈਂ ਸਿੱਧੀ ਜੀ ਗੱਲ ਦੱਸਾਂ, ਚਲੋ ਜਿਹੜਾ 70 ਨੰਬਰ ਦੇ ਪੇਪਰ ਦੇ ਵਿੱਚੋਂ ਨਾ ਫਿਜ਼ਿਕਸ ਦੇ ਵਿੱਚੋਂ 45 ਤੋਂ ਲੈ ਕੇ 50 ਤੱਕ ਦਾ ਨੰਬਰ ਹਰੇਕ ਕੋਈ ਲੈ ਜਾਂਦਾ, ਹਰ ਇੱਕ ਕੋਈ ਸਟੂਡੈਂਟ। ਜਿਹੜਾ 50+ ਵਾਲਾ ਸਿਸਟਮ ਹੈ ਨਾ, 50 ਤੇ 20 ਜਿਹੜੇ ਆਹ ਨੰਬਰ ਨੇ, ਇਹਨਾਂ ਨੂੰ ਸਿਰਫ ਉਹੀ ਸਟੂਡੈਂਟ ਲੈ ਸਕਦਾ ਹੈ ਜਿਹਦੇ ਨੂਮੈਰੀਕਲ ਸਟਰੋਂਗ ਹੋਣਗੇ ਤੇ ਜਿਹਦੇ ਕਨਸੈਪਚੁਅਲ ਕੁਐਸਚਨ ਦੇ ਕਨਸੈਪਟ ਸਟਰੋਂਗ ਹੋਣਗੇ। ਉਹੀ 20 ਨੰਬਰ ਲੈ ਕੇ ਜਾਊਗਾ, ਠੀਕ ਹੈ। ਉਹ 20 ਚੋਂ 18 ਲੈ ਜੇ, 19 ਲੈ ਜੇ, 20 ਦੇ 20 ਲੈ ਜੇ, ਬਸ ਆਹ ਚੀਜ਼ ਦਾ ਧਿਆਨ ਰੱਖਣਾ ਹੈ, ਇਹ ਮੇਨ ਹੈ, ਠੀਕ ਹੈ। ਇੱਕ ਸੈਕਿੰਡ, ਇਸ ਤੋਂ ਬਾਅਦ ਨੈਕਸਟ ਨੂਮੈਰੀਕਲ ਤੁਹਾਨੂੰ ਮੈਂ ਦੱਸਦਾ, ਉਹਦਾ ਨੂਮੈਰੀਕਲ ਦਾ ਮੈਂ ਇੱਕ ਪਾਰਟ ਕਰਾਉਂਗਾ, ਤੁਸੀਂ ਆਪਣੀ ਬੁੱਕ ਦੇ ਵਿੱਚ ਉਹਦਾ ਦੂਸਰਾ ਪਾਰਟ ਆਪਣੇ ਸੋਲਵ ਕਰਨਾ। ਮੈਂ ਸਟੇਟਮੈਂਟ ਨਹੀਂ ਲਿਖ ਰਿਹਾ, ਮੇਰੇ ਸਟੇਟਮੈਂਟ ਐਜ਼ ਇਟ ਇਜ਼ ਯਾਦ ਹੈ। ਤੁਹਾਨੂੰ ਪਤਾ ਕੀ ਕਹਿਣਗੇ, ਤੁਹਾਨੂੰ ਕਹਿਣਗੇ ਵੀ ਇੱਕ ਇਸ ਤਰੀਕੇ ਨਾਲ ਨਾ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਹੋਇਆ, ਇਸ ਤਰੀਕੇ ਨਾਲ ਇੱਕ ਇਲੈਕਟ੍ਰਿਕ ਫੀਲਡ ਅਪਲਾਈ ਕਰਤਾ। ਇੱਥੇ ਪਲੇਟ ਨੂੰ ਅਸੀਂ ਦੇਤਾ ਪੋਜ਼ਿਟਿਵ ਚਾਰਜ। ਇਹ NCERT ਦਾ ਕੁਐਸਚਨ ਹੈ, ਮਤਲਬ ਤੁਸੀਂ ਕਹਿ ਸਕਦੇ ਹੋ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਿ ਨੂਮੈਰੀਕਲ ਨਾ ਡਾਇਰੈਕਟ NCERT 'ਚ ਹੀ ਆਉਂਦਾ ਹੈ। ਇਹਦਾ ਮਤਲਬ ਇਸ ਡਾਇਰੈਕਸ਼ਨ 'ਚ ਅਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰਤਾ, ਠੀਕ ਹੈ। ਤੇ ਤੁਹਾਨੂੰ ਕਹਿਣਗੇ ਇਸ ਇਲੈਕਟ੍ਰਿਕ ਫੀਲਡ ਦੇ ਵਿੱਚ ਨਾ ਇੱਕ ਤੁਸੀਂ ਪ੍ਰੋਟੋਨ ਨੂੰ ਫ੍ਰੀ ਫਾਲ ਕਰਾਤਾ। ਪ੍ਰੋਟੋਨ ਕੀ ਕਰ ਰਿਹਾ? ਫ੍ਰੀ ਫਾਲ ਕਰ ਰਿਹਾ। ਹੁਣ ਦੇਖੋ ਪ੍ਰੋਟੋਨ ਫ੍ਰੀ ਫਾਲ ਜਦੋਂ ਏਦਾਂ ਨੀਚੇ ਕਰੂਗਾ ਤਾਂ ਡੈਫੀਨਿਟਲੀ ਪੋਜ਼ਿਟਿਵ ਦੇਖੋ ਚਾਰਜ ਉਹਨੂੰ ਕੀ ਕਰੂਗਾ? ਰਿਪੈਲ ਕਰੂਗਾ, ਹਨਾ। ਨੈਗੇਟਿਵ ਚਾਰਜ ਉਹਨੂੰ ਅਟਰੈਕਟ ਕਰੂਗਾ, ਮਤਲਬ ਇਲੈਕਟ੍ਰਿਕ ਫੀਲਡ ਇਸ ਪ੍ਰੋਟੋਨ ਤੇ ਕੀ ਲਾਊਗਾ? ਫੋਰਸ ਲਾਊਗਾ, ਕਿਉਂਕਿ ਪ੍ਰੋਟੋਨ ਤੇ ਚਾਰਜ ਕਿਹੜਾ ਹੁੰਦਾ? ਪੋਜ਼ਿਟਿਵ। ਪ੍ਰੋਟੋਨ ਤੇ ਚਾਰਜ ਕਿਹੜਾ ਹੁੰਦਾ? ਪੋਜ਼ਿਟਿਵ। ਤਾਂ ਬਟ ਸਾਨੂੰ ਜਦੋਂ ਵਰਡ ਫ੍ਰੀ ਫਾਲ ਲਿਖਤਾ, ਇਹਦਾ ਮਤਲਬ ਇਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ? 0। ਸਾਨੂੰ ਇਹ ਪਤਾ ਲੱਗ ਗਿਆ ਵੀ ਇਹਦੀ ਇਨੀਸ਼ੀਅਲ ਵੈਲੋਸਿਟੀ 0 ਹੈ, ਠੀਕ ਹੈ। ਦੁਬਾਰਾ ਲਿੰਕ ਮੈਂ ਇੱਕ ਹੋਰ ਸੈਂਡ ਕਰੂੰਗਾ, ਠੀਕ ਹੈ, ਉਹ ਵੀ ਜੁਆਇਨ ਕਰ ਲਿਓ। ਇੱਕ ਦੋ ਕਨਸੈਪਟ ਮੈਂ ਹੋਰ ਕਰਵਾਉਂਗਾ। ਤਾਂ ਤੁਹਾਨੂੰ ਇਹ ਕਹਿਣਗੇ ਕਿ ਜਿਹੜਾ ਇਹ ਦੋ ਪਲੇਟਸ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ ਨਾ, ਉਹ ਸਪੋਜ਼ ਕੋਈ S ਕਹਿ ਲਓ, ਕੋਈ D ਕਹਿ ਲਓ, L ਕਹਿ ਲਓ, ਕੁਝ ਮਰਜ਼ੀ ਕਹਿ ਲਓ। ਤੁਹਾਨੂੰ ਕਹਿਣਗੇ ਕਿ ਇਸ ਪ੍ਰੋਟੋਨ ਨੂੰ ਇਸ S ਡਿਸਟੈਂਸ ਨੂੰ ਟਰੈਵਲ ਕਰਨ ਦੇ ਲਈ ਕਿੰਨਾ ਟਾਈਮ ਲੱਗੇਗਾ। ਇੱਕ ਤਾਂ ਕੁਐਸਚਨ ਇਹ ਹੈ। ਫਿਰ ਇੱਕ ਇਹਦੀ ਜਗ੍ਹਾ ਤੇ ਇਲੈਕਟ੍ਰੋਨ ਹੈ, ਉਹ ਤੁਹਾਨੂੰ ਕਹਿਣਗੇ ਵੀ ਇੱਥੇ ਰੱਖ ਦਿਓ ਇਲੈਕਟ੍ਰੋਨ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਕਰ ਦਿਓ? ਰਿਵਰਸ ਕਰ ਦਿਓ। ਤਾਂ ਉਸ ਇਲੈਕਟ੍ਰੋਨ ਨੂੰ S ਡਿਸਟੈਂਸ ਟਰੈਵਲ ਕਰਨ ਲੱਗੇ ਕਿੰਨਾ ਟਾਈਮ ਲੱਗੂਗਾ? ਇਹ ਦੋ ਕੁਐਸਚਨ ਨੇ। ਹੁਣ ਦੇਖੋ ਜੇ ਤਾਂ ਅਸੀਂ ਗ੍ਰੈਵਿਟੀ ਦੇ ਅਕੋਰਡਿੰਗ ਸੋਚੀਏ, ਗ੍ਰੈਵਿਟੀ ਦੇ ਵਿੱਚ ਅਸੀਂ ਪੜ੍ਹਦੇ ਸੀਗੇ ਕਿ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ, ਜਿਹੜੀ ਗ੍ਰੈਵਿਟੀ ਹੈ, ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਹੈ, ਉਹ ਡਿਪੈਂਡ ਨਹੀਂ ਕਰਦੀ ਮਾਸਿਸ ਤੇ। ਮਤਲਬ ਚਾਹੇ ਇੱਕ ਤੁਸੀਂ ਇਲੈਕਟ੍ਰੋਨ ਇੱਕ ਪ੍ਰੋਟੋਨ ਜੇ ਤੁਸੀਂ ਕੀ ਹੈ ਸੇਮ ਡਿਸਟੈਂਸ ਤੋਂ ਫ੍ਰੀ ਫਾਲ ਕਰਾਓਗੇ ਤਾਂ ਦੋਨੋਂ ਸੇਮ ਟਾਈਮ ਦੇ ਨੀਚੇ ਆਉਣਗੇ। ਆਪਾਂ ਪੜ੍ਹਦੇ ਸੀ ਨਾ ਵੀ ਇੱਕ ਚਾਹੇ ਬਾਲ ਇੱਕ ਚਾਹੇ ਖੰਭ ਤੁਸੀਂ ਡੇਗ ਦੋ, ਨੀਚੇ ਸੇਮ ਟਾਈਮ ਤੇ ਆਉਣਗੇ। ਬਟ ਇੱਥੇ ਨਹੀਂ ਐਵੇਂ ਹੋਊਗਾ ਬੱਚੇ, ਕਿਉਂਕਿ ਇੱਥੇ ਗ੍ਰੈਵਿਟੀ ਨਹੀਂ ਹੈਗੀ। ਇੱਥੇ ਕੀ ਹੈ? ਇੱਥੇ ਇਲੈਕਟ੍ਰਿਕ ਫੀਲਡ ਹੈ, ਤੇ ਇਲੈਕਟ੍ਰਿਕ ਫੀਲਡ ਕੀ ਲਾਉਂਦਾ? ਫੋਰਸ ਲਾਉਂਦਾ ਹੈ। ਤੇ ਜਦੋਂ ਫੋਰਸ ਲੱਗੂਗੀ ਇਹਦਾ ਮਤਲਬ ਇਹਦੇ ਵਿੱਚ ਕੀ ਪੈਦਾ ਹੋਊਗੀ? ਐਕਸਲੇਸ਼ਨ ਪੈਦਾ ਹੋਊਗੀ। ਜਦੋਂ ਐਕਸਲੇਸ਼ਨ ਪੈਦਾ ਹੋਊਗੀ ਫਿਰ ਇਕੁਏਸ਼ਨ ਲੱਗੂਗੀ ਕਿਹੜੀ? S = ut + ½ at²। ਤਾਂ ਇਸ ਇਕੁਏਸ਼ਨ ਦੇ ਵਿੱਚ ਬੱਚੇ u ਸਾਨੂੰ ਪਤਾ ਹੈ 0 ਹੈ। ਟਾਈਮ ਅਸੀਂ ਕੈਲਕੂਲੇਟ ਕਰਨਾ ਹੈ, S ਦੀ ਜਗ੍ਹਾ ਤੇ SC ਹੈ,
अच्छा ए कैलकुलेट करने का बड़ा सिंपल तरीका तुहानू पता है, फोर्स लगूगी कितनी, F इज इक्वल टू क्यू ई। अच्छा F की है, F है एम ए के बराबर, ਇਹਦਾ मतलब एम ए बराबर हो गया क्यू ई, ਇਹਦਾ मतलब ए कितना आ गया, ए आ गया जी क्यू ई बटे एम। मैं दोबारा दस देना बच्चे, देखो प्रोटोन की है फ्री फॉल कर रहे हैं, जो भी वर्ड फ्री फॉल होवे ना, ਇਹਦਾ मतलब ਉਹਦੀ ਇਨੀਸ਼ੀਅਲ ਵੈਲੋਸਿਟੀ 0 ਹੁੰਦੀ ਹੈ। फ्री फॉल का मतलब इनिशियल वेलोसिटी 0। मेरे को इत्थे पेन है, मैं इदां की फ्री फॉल कराता तो इनिशियल वेलोसिटी 0 है, बट जो वो नीचे आउण लग गया तो पॉजिटिव ने प्रोटोन नूं घेरे पैल करना, नेगेटिव ने अट्रैक्ट करना, मतलब उते इलैक्ट्रिक फील्ड ने की लाउणी है फोर्स। जो फोर्स लगूगी तो पैदा होगी एक्सेलरेशन, एक्सेलरेशन जो आ गई फिर की लगनी है इक्वेशंस ऑफ मोशन। फोर्स की वैल्यू कितनी होंदी है, फोर्स का फॉर्मूला की F इज इक्वल टू क्यू ई, F की हुंदा है ma हुंदा है, ਤਾਂ फोर्स की जगह ते मैं पुट करता ma पुट करता, ਜਦੋਂ ma पुट किया तो अपने को एक्सेलरेशन कितनी आ गया QE/m, तो ਅਸੀਂ ਇਹਨੂੰ ਇਕੁਏਸ਼ਨ ਚ ਪੁੱਟ ਕਰ ਦਿੰਦੇ s इज इक्वल टू, देखो ut वाली टर्म तो 0 होगी क्योंकि इनिशियल वेलोसिटी 0 है। अच्छा प्लस 1/2, अच्छा q इंटू e बाई की हो गया m इंटू की हो गया t स्क्वायर। ਇਹਦਾ मतलब बच्चे जे ਇਹਨੂੰ ਅਸੀਂ थोड़ा ਜਿਹਾ ਅੱਗੇ ਸੋਲਵ ਕਰੀਏ, थोड़ा जिहा होर सॉल्व करिए तो साडे कोले की ये बन जाऊगा, ये साडे कोले बन गया S इज इक्वल टू 1/2 QE/m इंटू टी स्क्वायर। की फाइंड करना है t, तो इधर क्रॉस मल्टीप्लाई कर दो, ये बन गया 2ms बाय की आ गया QE इज इक्वल टू की आ गया टी स्क्वायर। ਇਹਦਾ मतलब t कितना आ गया, ये आ गया बच्चे रूट ऑफ 2ms बाय QE। ਹੁਣ ਸਟੇਟਮੈਂਟ ਦੇ ਵਿੱਚ ਤੁਹਾਨੂੰ ਕੀ ਹੈ, ਵੈਲਿਊਜ਼ ਗਿਵਨ ਹੋਣਗੀਆਂ ਸਾਰੀਆਂ, ਤੁਸੀਂ ਪੁੱਟ ਕਰ ਦਿਓ, ਤੁਹਾਡੇ ਕੋਲੇ ਆਨਸਰ ਆ ਜਾਏਗਾ। ਇਹ ਟਾਈਮ ਅਸੀਂ ਕਿਹਦਾ ਕੱਢਿਆ, ਪ੍ਰੋਟੋਨ ਦਾ। ਹੁਣ ਇੱਥੋਂ ਨਾ ਇੱਕ ਤੁਹਾਨੂੰ ਕਨਸੈਪਟ ਮੈਂ ਜ਼ਰੂਰ ਸਮਝਾਉਣਾ ਹੈ, ਉਹ ਕਨਸੈਪਟ ਸਮਝੋ, ਵੈਲਿਊ ਤਾਂ ਤੁਸੀਂ ਭਰ ਲਓਗੇ, ਕੈਲਕੂਲੇਸ਼ਨ ਕਰ ਲਓਗੇ ਆਪਣੇ ਆਪ, ਮੈਨੂੰ ਪਤਾ ਹੈ। ਹੁਣ ਦੇਖੋ ਇਸ ਇਕੁਏਸ਼ਨ ਨੂੰ ਨਾ, ਇਸ ਇਕੁਏਸ਼ਨ ਨੂੰ ਧਿਆਨ ਨਾਲ ਦੇਖੋ, 2 ਕੀ ਹੈ, 2 ਹੈਗਾ ਕਾਂਸਟੈਂਟ, 2 ਹੈਗਾ ਕਾਂਸਟੈਂਟ। अच्छा क्योंकि दो क्वेश्चन है ना, मैं तुहानू एक प्रोटोन वास्ते एक इलेक्ट्रॉन वास्ते दोनों का कंपैरिजन करके दसने। अच्छा जेड़ा डिस्टेंस है वो प्रोटोन दे इलेक्ट्रॉन वास्ते वो भी सेम है, ये भी कांस्टेंट हो गया। अच्छा चाहे प्रोटोन है चाहे इलेक्ट्रॉन है, दोनों दे चार्ज भी सेम है, ਇਹਦਾ मतलब ये भी कांस्टेंट हो गया। अच्छा इलेक्ट्रिक फील्ड भी दोनों दे सेम लग्या होया, ਇਹਦਾ मतलब ये भी कांस्टेंट हो गया। ਇਹਦਾ मतलब जे तुसीं ध्यान नाल देखो भी जेड़ा टाइम है नीचे लेके आउण दा, वो डायरेक्टली प्रोपोर्शनल टू की आ रहा है, मास ते आ रहा है। ਇੱਥੇ ਮਾਸ ਕਿਹੜਾ ਹੋਊਗਾ, ਪ੍ਰੋਟੋਨ ਦਾ। ਜੇ ਤੁਸੀਂ ਇਲੈਕਟ੍ਰੋਨ ਦਾ ਜਦੋਂ ਸੋਲਵ ਕਰੋਗੇ ਕੁਐਸਚਨ, ਇਲੈਕਟ੍ਰੋਨ ਵਾਸਤੇ ਸੋਲਵ ਕਰੋਗੇ ਤਾਂ ਜਿਹੜਾ ਇਲੈਕਟ੍ਰੋਨ ਦਾ ਆਊਗਾ ਨਾ, ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕੀ ਆਊਗਾ, ਮਾਸ ਆਫ ਇਲੈਕਟ੍ਰੋਨ। ਹੁਣ ਬੱਚੇ ਤੁਹਾਨੂੰ ਇੱਥੋਂ ਕਲੀਅਰ ਹੋ ਗਿਆ ਹੋਣਾ, ਦੇਖੋ ਸਾਨੂੰ ਪਤਾ ਸਭ ਨੂੰ ਕਿ ਮਾਸ ਆਫ ਪ੍ਰੋਟੋਨ ਇਜ਼ ਗ੍ਰੇਟਰ ਦੈਨ ਕੀ ਹੁੰਦਾ, ਮਾਸ ਆਫ ਇਲੈਕਟ੍ਰੋਨ। ਕਿੰਨਾ ਜ਼ਿਆਦਾ ਹੁੰਦਾ, ਆਨਸਰ ਹੈ 1837 ਟਾਈਮਸ ਜ਼ਿਆਦਾ ਹੁੰਦਾ। ਇਹਦਾ मतलब ਕਿਹਨੂੰ ਜ਼ਿਆਦਾ ਟਾਈਮ ਲੱਗੂਗਾ, प्रोटोन ਨੂੰ ਜਾਂ ਇਲੈਕਟ੍ਰੋਨ ਨੂੰ, फटाफट दसो ਕਿਹਨੂੰ ਜ਼ਿਆਦਾ ਟਾਈਮ ਲੱਗੂਗਾ, प्रोटोन ਨੂੰ ਜਾਂ ਇਲੈਕਟ੍ਰੋਨ ਨੂੰ। प्रोटॉन। हाँ बस आ क्वेश्चन है, तो एज इट इज ਤੁਸੀਂ ਇਲੈਕਟ੍ਰੋਨ ਵਾਸਤੇ ਇਹਨੂੰ ਕੀ ਸੋਲਵ ਕਰਨਾ ਹੈ, ਠੀਕ ਹੈ। ਤੇ ਇਹ ਗੱਲ ਯਾਦ ਰੱਖਣੀ ਹੈ ਕਿ ਜਦੋਂ ਕੋਈ ਚਾਰਜ ਪਾਰਟੀਕਲ ਇਨ ਦਾ ਪ੍ਰੈਜ਼ੈਂਸ ਆਫ ਇਲੈਕਟ੍ਰਿਕ ਫੀਲਡ ਫ੍ਰੀ ਫਾਲ ਕਰਦਾ ਨਾ, ਤਾਂ ਟਾਈਮ ਕਿਹਨੂੰ ਲੱਗਦਾ ਜ਼ਿਆਦਾ, प्रोटोन ਨੂੰ ਜ਼ਿਆਦਾ ਲੱਗਦਾ ਹੈ, ਕਿਉਂਕਿ ਇਹ ਡਾਇਰੈਕਟਲੀ ਇੱਥੋਂ ਸ਼ਾਰਟ ਕੁਐਸਚਨ ਵੀ ਬਣ ਸਕਦਾ ਡਾਇਰੈਕਟ, ठीक है। मैं दोबारा लिंक भेज रहे, 2-3 कंसेप्ट हो रहे हैं वो करांगे, फिर बाकी न्यूमेरिकल तुसीं खुद करोगे।